ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਜੀ ਦੇ ਸ਼ਬਦ ਦੇ ਰਾਹੀਂ ਜੋ ਸਿੱਖਣਾ ਹੈ ਉਸ ਦਾ ਸਰਲੇਖ ਹੈ ਧਰਮ ਅਤੇ ਅਧਰਮ, ਜਾਂ ਇੱਦਾਂ ਕਹਿ ਲਓ ਧਰਮ ਅਤੇ ਕੁਧਰਮ। ਸੋ ਅੱਜ ਅਸੀਂ ਵਚਨ ਦੇ ਵਿੱਚੋਂ ਇਸੇ ਚੀਜ਼ ਦੇ ਬਾਰੇ ਦੇ ਵਿੱਚ ਸਿੱਖਣਾ ਹੈ ਕਿ ਬਾਈਬਲ ਧਰਮ ਦੇ ਬਾਰੇ ਵਿੱਚ ਕੀ ਸਿਖਾਉਂਦਾ ਅਤੇ ਕੁਧਰਮ ਦੇ ਬਾਰੇ ਵਿੱਚ ਸਾਨੂੰ ਕੀ ਦੱਸਦਾ ਆ। ਫਸਟ ਆਫ ਆਲ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਧਰਮ ਕੀ ਆ ਤੇ ਅਧਰਮ ਕੀ ਆ। ਅੱਜ ਸੰਸਾਰ ਦੇ ਵਿੱਚ ਝਗੜੇ ਦਾ ਮੇਨ ਜਿਹੜਾ ਮੁੱਦਾ ਆ ਨਾ ਉਹ ਹੈਗਾ ਧਰਮ। ਪਰ ਜਿਸ ਰੂਪ ਦੇ ਵਿੱਚ ਉਹ ਮੁੱਦਾ ਰਿਪਰੈਜ਼ੈਂਟ ਕੀਤਾ ਜਾ ਰਿਹਾ ਅਸਲ ਵਿੱਚ ਉਹ ਉਹਦਾ ਰੂਪ ਨਹੀਂ ਹੈਗਾ। ਜਿਹੜਾ ਉਹਦਾ ਅਸਲ ਰੂਪ ਆ ਉਹ ਛੁਪਿਆ ਹੋਇਆ ਆ ਅਤੇ ਨਾ ਨਜ਼ਰ ਆਉਣ ਵਾਲਾ ਆ। ਲੜਾਈ ਸੱਚੀ ਆ ਔਰ ਹੋਣੀ ਵੀ ਚਾਹੀਦੀ ਆ, ਕਿਉਂਕਿ ਕੁਝ ਲੜਾਈਆਂ ਇਹੋ ਜਿਹੀਆਂ ਆ ਜਿਹੜੀਆਂ ਬੜੀਆਂ ਪਾਏਦਾਰ ਆ, ਜਿਨ੍ਹਾਂ 'ਚ ਬੜਾ ਵਜ਼ਨ ਆ ਔਰ ਬੜੇ ਚੰਗੇ ਮੁੱਦਿਆਂ ਤੇ ਉਹ ਹੋ ਰਹੀਆਂ ਆ। ਔਰ ਧਰਮ ਦੇ ਨਾਲ ਕੁਧਰਮ ਦੀ ਲੜਾਈ ਜਿਹੜੀ ਆ ਉਹ ਬਹੁਤ ਹਕੀਕਤ ਵਾਲੀ ਆ ਔਰ ਇਹ ਰਹੇਗੀ, ਰਹਿੰਦੀ ਦੁਨੀਆ ਤੀਕਰ ਚੱਲਦੀ ਰਹੇਗੀ, ਕਿਉਂਕਿ ਧਰਮ ਦੀ ਤੇ ਕੁਧਰਮ ਦੀ ਕਦੀ ਵੀ ਆਪਸ ਵਿੱਚ ਨਾ ਬਣੀ ਆ ਤੇ ਨਾ ਬਣਨੀ ਆ। ਪਰ ਪਰੇਸ਼ਾਨੀ ਦੀ ਗੱਲ ਇਹ ਆ ਕਿ ਅਸੀਂ ਇਸ ਲੜਾਈ ਦੇ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਨਿਕਲ ਤਾਂ ਪੈਂਦੇ ਆ, ਪਰ ਸਾਨੂੰ ਉਹਦੇ ਨੇਮ ਤੇ ਸ਼ਰਤਾਂ ਦੇ ਬਾਰੇ ਵਿੱਚ ਕੁਝ ਨਹੀਂ ਪਤਾ ਕਿ ਉਹ ਲੜਾਈ ਹੈ ਲੱਗੀ ਕਿਉਂ, ਉਹ ਲੜਾਈ ਲੜਨੀ ਕਿਵੇਂ ਆ, ਉਹ ਲੜਾਈ 'ਚ ਸਾਡਾ ਬੈਨੀਫਿਟ ਕੀ ਆ, ਸਾਡਾ ਨੁਕਸਾਨ ਕੀ ਆ, ਉਹਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ, ਬਸ ਤੁਰੇ ਜਾਂਦੇ ਆ। ਧਰਮ ਕਿਸ ਚੀਜ਼ ਦਾ ਨਾਮ ਆ? ਧਰਮ ਨੂੰ ਨਾਮ ਦੇ ਦਿੱਤੇ ਗਏ ਆ, ਪਰ ਧਰਮ ਕਿਸੇ ਚੀਜ਼ ਦਾ ਨਾਮ ਆ। ਉਹ ਕਿਹੜੀ ਚੀਜ਼ ਆ? ਪਰਮੇਸ਼ਵਰ ਦੇ ਸੁਭਾਅ ਦਾ ਨਾਮ ਧਰਮ ਆ। ਹੁਣ ਸੁਭਾਅ ਕਿੱਦਾਂ ਦਾ ਹੁੰਦਾ ਆ? ਆਪਾਂ ਕਹਿੰਦੇ ਇਹਦਾ ਸੁਭਾਅ ਝੂਠ ਬੋਲਣਾ ਹੀ ਆ, ਇਹਦਾ ਸੁਭਾਅ ਚੁਗਲੀਆਂ ਕਰਨਾ ਹੀ ਆ, ਇਹਦਾ ਸੁਭਾਅ ਲੜਾਈਆਂ ਕਰਨਾ ਹੀ ਆ, ਫਲਾਣੇ ਦਾ ਸੁਭਾਅ ਧੱਕਾ ਮੁੱਕੀ ਕਰਨਾ, ਇਹਦਾ ਸੁਭਾਅ ਹੀ ਆ। ਪਰਮੇਸ਼ਵਰ ਦਾ ਸੁਭਾਅ ਕੀ ਆ? ਸੱਚਾਈ, ਧਾਰਮਿਕਤਾ, ਵਫਾਦਾਰੀ, ਹਲੀਮੀ, ਨਰਮਾਈ, ਸੰਜਮ, ਦਇਆ, ਕਿਰਪਾ, ਰਹਿਮਤ, ਇਹ ਸਭ ਕੀ ਆ? ਪਰਮੇਸ਼ਵਰ ਦਾ ਸੁਭਾਅ ਆ। ਦਇਆ ਕਰਨਾ ਉਹਦਾ ਸੁਭਾਅ ਆ। ਉਹਨਾਂ ਉੱਤੇ ਵੀ ਦਇਆ ਕਰੀ ਜਾ ਰਿਹਾ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ, ਉਹਨਾਂ ਦੀ ਪ੍ਰਤਿਪਾਲ ਵੀ ਕਰ ਰਿਹਾ, ਉਹਨਾਂ ਨੂੰ ਵੀ ਖਾਣ ਪੀਣ ਲਈ ਦੇ ਰਿਹਾ ਜਿਹੜੇ ਉਹਦਾ ਇਨਕਾਰ ਕਰਦੇ ਆ ਔਰ ਉਹਦੀ ਖਿਲਾਫਤ 'ਚ ਖੜੇ ਹੋ ਜਾਂਦੇ ਆ। ਕਿਉਂ? ਕਿਉਂਕਿ ਉਹਦਾ ਸੁਭਾਅ ਕੀ ਆ? ਦਇਆ ਕਰਨਾ, ਕਿਰਪਾ ਕਰਨਾ, ਰਹਿਮਤ ਕਰਨੀ, ਨਿਮਰਤਾ ਦੇ ਵਿੱਚ ਰਹਿਣਾ, ਮਦਦਗਾਰ ਆ ਉਹ। ਇਹ ਸਭ ਕੀ ਆ? ਪਰਮੇਸ਼ਵਰ ਦਾ ਸੁਭਾਅ ਆ। ਔਰ ਇਹਨਾਂ ਸਾਰੇ ਗੁਣਾਂ ਨੂੰ ਇੱਕ ਵੱਖਰਾ ਵੱਖਰਾ ਧਰਮ ਨਹੀਂ ਕਿਹਾ ਜਾ ਸਕਦਾ, ਪਰ ਸਾਰੇ ਗੁਣਾਂ ਦੇ ਇਕੱਠੇ ਹੋਣ ਦਾ ਨਾਮ ਧਰਮ ਅਖਵਾਉਂਦਾ ਆ। ਔਰ ਪਰਮੇਸ਼ਵਰ ਦੇ ਸੁਭਾਅ ਨੂੰ ਧਰਮ ਕਿਹਾ ਜਾਂਦਾ ਆ। ਇਹ ਭੁਲੇਖਾ ਆ ਕਿ ਫਲਾਣੇ ਦਾ ਫਲਾਣਾ ਧਰਮ ਆ, ਫਲਾਣੇ ਦਾ ਫਲਾਣਾ ਧਰਮ ਆ। ਇਹ ਭੁਲੇਖਾ ਆ। ਧਰਮ ਨਾ ਬਦਲੇ ਜਾਣ ਵਾਲਾ ਇੱਕ ਅਟਲ ਜਿਹੜਾ ਆ ਅਹਿਸਾਸ ਆ, ਕਦੇ ਵੀ ਨਾ ਬਦਲੇ ਜਾਣ ਵਾਲਾ।
सब लोग एक गल नूं मनदे आ कि परमेश्वर एक आ। चाहे हिंदी च मन लो, चाहे उर्दू च मन लो, चाहे पंजाबी च, चाहे अंग्रेजी च, परमेश्वर एक आ ते उहदे धर्म भी वखरे नहीं हो सकते। यह हकीकत आ। अज धर्म ते कुधर्म की लड़ाई लगी हुई आ। जेड़ा साडे मनां दे अंदर भुलेखा आ कि मैं फलाना आ ते ओह फलाना आ, ओह कुधर्म ने पाया आ। कुधर्म की आ? जेड़ा परमेश्वर दे वैरी दा सुभाव आ। पाप करना, झूठ बोलना, हेरा फेरियां, लुचपुना, गंदपुना, सारियां ही बुराइयां, सारी तरह दी बुराइयां की आ? कुधर्म आ। परमेश्वर दे सुभाव दे विरुद्ध हर काम कुधर्म अखवाउंदा आ। और कुधर्म दा मालक कौन आ? शैतान। और धर्म दा मालक कौन आ? परमेश्वर। अज साडे मन विच जदों परमेश्वर दे प्रति कोई शंका आउंदा आ, परमेश्वर दे प्रति कोई शक आउंदा आ, तो परमेश्वर दे वल्लों नहीं हो सकदा। वो कुधर्म दे वल्लों आउंदा आ, वो शैतान दे वल्लों आउंदा आ। परमेश्वर दा बनाया होया मनुख परमेश्वर दे बनाए हुए मनुखां दे नाल लड़दा आ। ये धर्म दी लड़ाई नहीं हो सकती, ये कुधर्म दी लड़ाई आ। कदी भी एक बाप दी इच्छा नहीं हुंदी कि मेरे दो पुत्र लड़ लड़ के मर जान, कदी नहीं हुंदी। कदी एक मां नहीं चाहती कि मेरे पुत्तां दी वंडी हो जाए, वो वंडे जान। पर अज हो रहा है, उस लड़ाई नूं भी धर्म कहा जा रहा और उन्हां वंडियां नूं भी धार्मिकता कहा जा रहा है। पर एक कुधर्म आ। सर्व शक्तिमान परमेश्वर साडा सबनियां दा सिरजणहार परमेश्वर और आत्मक पिता आ। वो नहीं चाहता उहदे धीआं पुत्तर लड़न, वो नहीं चाहता उन्हां दे धीआं पुत्तर बुराई दे विच नाश हो जान। इस लड़ाई नूं धार्मिकता दी लड़ाई दा नाम नहीं दिता जा सकता। ये लड़ाई आ कुधर्म दी धर्म दे नाल। जेड़े कमजोर आ वैरी उन्हां नूं फड़ लैंदा आ। जेड़े विश्वास विच कमजोर आ, जेड़े अपने दीन ईमान दे विच कमजोर आ, वैरी उन्हां नूं फड़ लैंदा आ और उन्हां नूं फिर उन्हां दे मनां दे उत्ते, उन्हां दे जहन दे उत्ते, दिमाग दे उत्ते कब्जा करके फिर वो चीज़ां कराउंदा जो वो करवाउणा चाहुंदा और उन्हां दी खिलाफत विच कराउंदा जेड़े धार्मिकता दे विच चलदे आ, जेड़े परमेश्वर नूं फॉलो करदे आ। हालेलुया। अगर बाइबल के अनुसार कुछ इदां दा हुंदा तां वचन दे विच कदी नहीं लिखिया होना सी अपने वैरियां दे नाल प्रेम करो। पर पवित्र बाइबल सानू की दसदा है? अपने वैरियां दे नाल प्रेम करो। जे तुहाडे कहंदा कोई एक मार देवे तां फिर तुसीं मोहरियों चार मार दिओ, है ना? कहंदा नहीं, तुसीं अपनी दूई गल भी उहदे अगे कर दिओ। कहंदा बुराई नूं भलाई दे नाल जित लवो। क्यों पवित्र बाइबल इदां गल करदा अपने नाल? हालांकि जेड़े बुराई करदे आ डेफिनेटली वो वचन दे अगेंस्ट ही होणगे, तां ही वो बुराई करदे आ। जे वो वचन दे वल हुंदे जां वचन नूं सुणन वाले जां वचन नूं पढ़न वाले हुंदे फिर वो बुराई ना करदे। पर वो बुराई करदे आ, वो इसलिए करदे क्योंकि वो बाणी तो कोहां दूर आ, वो परमेश्वर की धार्मिकता तो कोहां दूर आ। पर फिर भी वचन सानू क्यों इदां दसदा आ? जे घर दे विच 3-4 न्याणे होण, उन्हां चों जेड़ा समझदार न्याणा होवे, जेड़ा पिता दे आखे लगदा होवे, माता दे आखे लगदा होवे, भावें वो छोटा जां वड्डा होवे, फिर माँ प्यो की करदा आ? उन्हूं कोल बिठाउंदा आ ते उन्हूं की कहंदा, जे इहने तैनूं मारिया तू इहनूं मारना नहीं आ, मोरियों आपां इहनूं प्यार नाल ही समझाउणा आ।
ਇਦਾਂ ਹੀ ਕਹਿੰਦੇ ਆਪਾਂ ਘਰਾਂ ਦੇ ਵਿੱਚ, ਜਾਂ ਇਦਾਂ ਕਹਿੰਦੇ ਵੀ ਜਦੋਂ ਇਹਨੇ ਤੇਰੇ ਮਾਰਿਆ ਤੂੰ ਡੰਡਾ ਚੱਕ ਲਈ ਮੋਰਿਓ। ਪਰ ਆਪਾਂ ਉਹਨਾਂ ਨੂੰ ਇਦਾਂ ਹੀ ਕਹਿੰਦੇ, ਤੇਰਾ ਭਰਾ ਆ, ਤੇਰੀ ਭੈਣ ਆ, ਜੇ ਤੇਰਾ ਵੱਡਾ ਭਰਾ ਆ ਕੋਈ ਨਹੀਂ ਤੂੰ ਇਹਦੀ ਇੱਜ਼ਤ ਕਰਿਆ ਕਰ, ਇਹਦੇ ਨਾਲ ਆਪਾਂ ਪਿਆਰ ਨਾਲ ਹੀ ਚੱਲਣਾ ਆ, ਆਪਾਂ ਇਹਨੂੰ ਜਵਾਬ ਨਹੀਂ ਦੇਣਾ। ਜੇ ਛੋਟਾ ਆਪਾਂ ਕਹਿੰਦੇ ਕੋਈ ਨਹੀਂ ਛੋਟਾ ਆ ਸਮਝ ਜੂਗਾ, ਤੂੰ ਇਹਦੇ ਨਾਲ ਪਿਆਰ ਕਰ। ਏਦਾਂ ਹੀ ਪਵਿੱਤਰ ਸ਼ਸਤਰ ਆਪਾਂ ਨੂੰ ਸਮਝਾਉਂਦਾ ਆ। ਐਨ ਉਸ ਮਾਤਾ ਪਿਤਾ ਦੇ ਵਾਂਗ ਜਿਹੜੇ ਬਹੁਤ ਬੁੱਧੀਮਾਨ ਤੇ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਆ, ਏਦਾਂ ਹੀ ਬਾਣੀ ਆਪਾਂ ਨੂੰ ਸਿਖਾਲਦੀ ਆ। ਕਹਿੰਦਾ ਤੁਸੀਂ ਬੁਰਾਈ ਦੇ ਵੱਟੇ ਭਲਾਈ ਕਰਨੀ ਆ। ਜੇ ਤੁਹਾਨੂੰ ਕੋਈ ਗਾਲ ਕੱਢੇ, ਕਹਿੰਦਾ ਤੁਸੀਂ ਉਹਨੂੰ ਅਸੀਸ ਦੇਣੀ ਆ। ਤੁਸੀਂ ਆਪਣੇ ਵੈਰੀਆਂ ਲਈ ਵੀ ਦੁਆ ਮੰਗਣੀ ਆ, ਪ੍ਰਾਰਥਨਾ ਕਰਨੀ ਆ, ਅਰਦਾਸ ਕਰਨੀ ਆ ਉਹਨਾਂ ਦੇ ਲਈ ਵੀ, ਕਰਕੇ ਸਾਡਾ ਆਤਮਿਕ ਪਿਤਾ ਆ। ਪਰ ਜੇ ਪਰਮੇਸ਼ਵਰ ਨੂੰ ਇਸ ਗੱਲ ਤੇ ਇਤਰਾਜ਼ ਹੋਏ ਕਿ ਉਹ ਲੋਕ ਜਿਹੜੇ ਮੇਰੇ ਪਿੱਛੇ ਨਹੀਂ ਚੱਲਦੇ, ਫਿਰ ਉਹਨੇ ਕੀ ਕਹਿਣਾ ਸੀਗਾ, ਤੁਸੀਂ ਉਹਨਾਂ ਦੇ ਨਾਲ ਜਿਹੜਾ ਆ ਬੁਰਾ ਵਿਹਾਰ ਕਰ ਸਕਦੇ ਆ। ਪਰ ਉਹ ਕਾਹਤੇ ਨਹੀਂ ਅਲਾਓ ਕਰਦਾ, ਕਿਉਂਕਿ ਉਹ ਵੀ ਪਰਮੇਸ਼ਵਰ ਦੀ ਸਿਰਜਣਾ ਆ, ਉਹ ਵੀ ਪਰਮੇਸ਼ਵਰ ਦੇ ਬੱਚੇ ਆ। ਉਹਨੇ ਉਹਨਾਂ ਨੂੰ ਵੀ ਪਿਆਰ ਕੀਤਾ, ਉਹਨਾਂ ਬਦਲੇ ਵੀ ਪ੍ਰਭੂ ਯਿਸੂ ਮਸੀਹ ਜੀ ਨੂੰ ਬਲੀਦਾਨ ਕੀਤਾ। ਬਸ ਗੱਲ ਇਹ ਆ ਵੀ ਹਾਲੇ ਤੱਕ ਉਹਨਾਂ ਨੇ ਪਿਤਾ ਦੇ ਪਿਆਰ ਨੂੰ ਸਮਝਿਆ ਨਹੀਂ ਆ, ਜਾਣਿਆ ਨਹੀਂ ਆ, ਹਾਲੇ ਉਸ ਲੈਵਲ ਤੱਕ ਉਹ ਪਹੁੰਚੇ ਨਹੀਂ ਆ ਜਿਸ ਲੈਵਲ ਤੱਕ ਪਰਮੇਸ਼ਵਰ ਨੇ ਆਪਾਂ ਨੂੰ ਲੈ ਆਂਦਾ ਆ। ਪਰ ਜੇ ਆਪਾਂ ਪ੍ਰਾਰਥਨਾ ਕਰੀਏ ਉਹਨਾਂ ਦੇ ਲਈ, ਜੇ ਆਪਾਂ ਆਪਣੀਆਂ ਫੈਮਲੀਜ਼ ਦੇ ਲਈ ਪ੍ਰਾਰਥਨਾ ਕਰਨੀਆਂ ਸ਼ੁਰੂ ਕਰੀਏ, ਆਪਾਂ ਆਪਣੇ ਗੁਆਂਢੀਆਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੀਏ, ਤਾਂ ਤੁਸੀਂ ਸੋਚੋ ਅੱਜ ਆਪਾਂ ਇੱਥੇ ਕਿੰਨੇ ਹਜ਼ਾਰ ਬੈਠੇ ਆ, ਤੇ ਹਰੇਕ ਬੰਦਾ ਜੇ ਆਪਣੇ ਗੁਆਂਢੀ ਘਰ ਦੇ ਲਈ ਪ੍ਰਾਰਥਨਾ ਕਰੇ ਤੇ ਕਿੰਨੇ ਹਜ਼ਾਰ ਪਰਿਵਾਰ ਬਚਾਏ ਜਾ ਸਕਦੇ ਆ। ਕਿੰਨੇ ਹਜ਼ਾਰਾਂ ਲੋਕ, ਕਿੰਨੇ ਲੱਖਾਂ ਲੋਕ ਪਰਮੇਸ਼ਵਰ ਦੇ ਪ੍ਰੇਮ ਨੂੰ ਸਮਝ ਸਕਦੇ ਆ। 12 ਚੇਲੇ ਪ੍ਰਭੂ ਯਿਸੂ ਮਸੀਹ ਜੀ ਦੇ ਹੋਏ ਔਰ ਸੰਸਾਰ ਦੇ ਵਿੱਚ ਰਿਵਾਈਵਲ ਆ ਗਿਆ, ਬੇਦਾਰੀ ਆ ਗਈ। ਅੱਜ ਕਰੋੜਾਂ ਡਿਸਾਈਪਲ ਹੋਣ ਦੇ ਬਾਵਜੂਦ ਵੀ ਕੰਮ ਹੋ ਨਹੀਂ ਰਿਹਾ। ਕਿਉਂ? ਕਿਉਂਕਿ ਜਿਹੜੇ ਉਹ 12 ਸੀਗੇ ਉਹ ਮਤਲਬ ਪ੍ਰਸਤ ਨਹੀਂ ਸੀ। ਪਰ ਅੱਜ ਜਿੰਨੇ ਕਰੋੜਾਂ ਵੀ ਆ ਨਾ, ਹਰੇਕ ਬੰਦਾ ਸੈਲਫਿਸ਼ ਆ, ਹਰ ਬੰਦਾ ਮਤਲਬ ਪ੍ਰਸਤ ਆ। ਅਗਰ ਪਤਨੀ ਪ੍ਰਾਰਥਨਾ ਕਰ ਰਹੀ ਤਾਂ ਉਹ ਆਪਣੀਆਂ ਹੀ ਸਾੜੀਆਂ ਦੇ ਲਈ ਤੇ ਸੂਟਾਂ ਲਈ ਕਰੀ ਜਾ ਰਹੀ ਆ। ਪਤੀ ਕਰ ਰਿਹਾ ਤੇ ਉਹ ਆਪਣੀ ਜ਼ਮੀਨ ਤੇ ਦੁਕਾਨ ਦੇ ਲਈ ਕਰ ਰਿਹਾ। ਬੱਚੇ ਕਰ ਰਹੇ ਤੇ ਲਵ ਮੈਰਿਜ ਲਈ ਪ੍ਰਾਰਥਨਾ ਕਰ ਰਹੇ ਆ। ਕੋਈ ਅਕਲ ਵਾਲੀ ਪ੍ਰਾਰਥਨਾ ਹੋ ਹੀ ਨਹੀਂ ਰਹੀ। ਗੁਆਂਢੀ ਤਾਂ ਗੱਲ ਹੀ ਬੜੀ ਦੂਰ ਦੀ ਆ। ਇੱਕ ਮੈਂਬਰ ਦੂਜੇ ਮੈਂਬਰ ਲਈ ਪ੍ਰਾਰਥਨਾ ਨਹੀਂ ਕਰ ਰਿਹਾ। ਇੱਕ ਧਰਮ ਨਹੀਂ ਫੈਲ ਰਿਹਾ ਤੇ ਹੋਰ ਕੀ ਹੋ ਰਿਹਾ। ਪ੍ਰਾਰਥਨਾ ਕਰਨ ਦੇ ਬਾਵਜੂਦ ਵੀ ਅਸੀਂ ਕੁਧਰਮ ਦੇ ਚਪੇਟ ਦੇ ਵਿੱਚ ਆ, ਵੈਰੀ ਦੇ ਹੱਥਾਂ ਵਿੱਚ ਆ। ਚਿਰ ਚੋਣ ਦੇ ਬਾਵਜੂਦ ਵੀ ਵੈਰੀ ਦੇ ਹੱਥਾਂ ਵਿੱਚ ਆ। ਕਿਉਂ? ਕਰਕੇ ਅਸੀਂ ਮਤਲਬ ਪ੍ਰਸਤ ਆ। ਪਰ ਪ੍ਰਭੂ ਯਿਸੂ ਮਸੀਹ ਨੇ ਬੇਗਰਜ ਪਿਆਰ ਕੀਤਾ ਹੈ। ਉਹਨੇ ਸੈਲਫਿਸ਼ ਹੋ ਕੇ ਪਿਆਰ ਨਹੀਂ ਕੀਤਾ। ਸਾਡੇ ਤੋਂ ਉਹਨੂੰ ਕੀ ਮਿਲਿਆ? ਕੁਝ ਮਿਲਿਆ ਸਾਡੇ ਤੋਂ, ਪਰ ਸਾਨੂੰ ਉਹਦੇ ਤੋਂ ਸਭੋ ਕੁਝ ਮਿਲ ਗਿਆ। ਹਾਲੇਲੂਇਆ। ਔਰ ਉਹਨੇ ਕਿਹਾ ਉਹਦੇ ਵਰਗੇ ਬਣਨ ਦੇ ਲਈ, ਕਹਿੰਦਾ ਮੇਰੇ ਨਾਮ ਉੱਤੇ ਪਿਤਾ ਤੁਹਾਡੇ ਲਈ ਇੱਕ ਸਹਾਇਕ ਭੇਜੇਗਾ, ਜਿਹੜਾ ਸਭਨਾਂ ਗੱਲਾਂ ਵਿੱਚ ਤੁਹਾਡੀ ਸਹਾਇਤਾ ਕਰੇਗਾ, ਤੁਹਾਡੀ ਅਗਵਾਈ ਕਰੇਗਾ ਤੇ ਮੇਰੀਆਂ ਕਈਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗਾ। ਪਵਿੱਤਰ ਆਤਮਾ ਸਾਨੂੰ ਚੇਤੇ ਕਰਾਉਂਦਾ ਆ, ਪਰ ਅਸੀਂ ਸੁਣਨ ਨੂੰ ਤਿਆਰ ਨਹੀਂ ਹੁੰਦੇ। ਅੱਜ ਸਾਨੂੰ ਜ਼ਰੂਰਤ ਆ, ਅਗਰ ਅਸੀਂ ਜੰਗ ਜਿੱਤਣੀ ਆ, ਅਸੀਂ ਲੜਾਈ ਲੜ ਰਹੇ ਆ, ਅਗਰ ਕੁਧਰਮ ਸਾਡੇ ਨਾਲ ਲੜਦਾ ਤੇ ਧਰਮ ਹੱਥ ਤੇ ਹੱਥ ਧਰ ਕੇ ਬੈਠਾ ਨਹੀਂ ਆ। ਕਿਉਂਕਿ ਜਿਹੜੇ ਸ਼ਸਤਰ ਵਸਤਰ ਧਾਰਮਿਕਤਾ ਦੇ ਵਿੱਚ ਆ, ਜਿਹੜੇ ਧਰਮ ਦੇ ਸ਼ਸਤਰ ਵਸਤਰ ਆ, ਵੈਰੀ ਦੇ ਕੋਲ ਤਾਂ ਕੁਛ ਵੀ ਨਹੀਂ ਆ, ਕੁਛ ਵੀ ਨਹੀਂ ਆ ਉਹਦੇ ਕੋਲ। ਇੱਕ ਚਲਾਕੀ ਦੇ ਬਿਨਾਂ ਉਹਦੇ ਕੋਲ ਹੋਰ ਕੁਛ ਨਹੀਂ ਆ, ਔਰ ਉਹ ਚਲਾਕੀ ਦੇ ਨਾਲ ਸੰਸਾਰ ਨੂੰ ਨਾਸ਼ ਕਰੀ ਜਾ ਰਿਹਾ। ਪਰ ਪਰਮੇਸ਼ਵਰ ਦੇ ਕੋਲ ਬੁੱਧ ਦੇ ਖਜ਼ਾਨੇ ਆ। ਹਾਲੇਲੂਇਆ। ਤੇ ਅਸੀਂ ਉਹਦੀਆਂ ਚਲਾਕੀਆਂ ਨੂੰ ਬੁੱਧ ਦੇ ਖਜ਼ਾਨਿਆਂ ਦੇ ਨਾਲ ਸਮਝ ਸਕਦੇ ਹਾਂ, ਸਗੋਂ ਉਹਨਾਂ ਨੂੰ ਰੱਦ ਕਰ ਸਕਦੇ ਹਾਂ। ਕਿਉਂਕਿ ਜੋ ਕੁਝ ਪਰਮੇਸ਼ਵਰ ਦੇ ਕੋਲ ਆ, ਉਹ ਸਭੋ ਕੁਝ ਵੈਰੀ ਦੀਆਂ ਸਾਰੀਆਂ ਸ਼ਕਤੀਆਂ ਦੇ ਨਾਲੋਂ ਬਹੁਤ ਵੱਡਾ ਤੇ ਮਹਾਨ ਆ, ਔਰ ਸਾਮਰਥੀ ਆ।
पर सानू जरूरत आ असी परमेश्वर जी दे कोलों मंगीए। जदों तुसी मंगोगे तुसी उन्हां लड़ाइयां दे विच फतेह नूं प्राप्त करोगे। अज सिर्फ अपनियां लत्तां दीयां पीड़ां तक सहमत ना हो जाओ, सीमित ना हो जाओ। सिर्फ पेट दी दर्द रसौलियां ते पत्थरियां तक ही ना रह जिओ। ये ना होए कि सारा जोर पत्थरी निकल जे दे चक्कर दे विच लगा रह जाए ते पूरे दा पूरा पहाड़ जिहड़ा है स्वर्ग दे राह च आण के खड़ा हो जाए। ये निक्कियां निक्कियां पत्थरियां दर्द तां जरूर करदियां आ, पर तुहानूं स्वर्ग जाण तो नहीं रोक सकदियां। ये तुहाडे लत्तां दा दर्द तुहानूं विहड़े विच तुरन तो रोक सकदा, पर स्वर्ग दी राह ते तुरन तो नहीं रोक सकदा। इसलई ये तां चले ही जाना है। इदां नहीं है कि थोड़ियां बीमारियां ठीक नहीं होणियां। अगर सानू वचन दे विच दिखाया गया है रोगियां दे चंगियां हुंदियां, इहदा मतलब कि परमेश्वर सानू दस दे कि मैं तुहानू चंगा करना चाहुंदा हां, और वो चंगा कर रहे आ। तुसी वचन सुन रहे हो तां भी तुहाडी हीलिंग हो रही है प्रभु यीशु मसीह जी दे नाम दे विच। पर हीलिंग दे नालों वध परमेश्वर दी भली मंशा ये आ कि मनुख स्वर्ग राज तक पहुंचे अते ओदा रूह बचाया जाए। हालेलुया। सो अज तो एक लड़ाई जिहड़ी है ना उन्हों समझो और वो लड़ना शुरू करो पूरे हथियारां दे नाल ऐन लैस हो के। अपने गुआंढियां दे लई प्रार्थना करनी शुरू करो। ਜਿਹੜੇ फैमिली मैंबर्स परमेश्वर दे विच नहीं आ उन्हां दे लई प्रार्थना करनी शुरू करो। बाय नेम प्रार्थना करो, उन्हां दे लई पूरी गंभीरताई दे नाल प्रार्थना करो, पूरे रूह दे नाल भर के प्रभु जी मेरे गुआंढी जिहड़े आ बचाए जाण, प्रभु इन्हां नूं हनेरे चों कड्डो, प्रभु इन्हां दे उत्ते चानण चमके। सो उन्हां नूं सुनाउण दे लई नहीं बई कोठे ते खड़े हो के उच्ची उच्ची कर लगे कल नूं अगले कहणगे साडे ते मंत्र पढ़दे आ करके, हले ओह प्रकाश दे विच नहीं आ। ते हनेरे विच पई हुई हरेक चंगी चीज़ भी ठोकर ही हुंदी आ। जे प्रकाश दे विच उसे कुर्सी ते तुसी बैठ के आराम कर सकदे, पर जे हनेरे च ओही कुर्सी तुहानूं सिट के लत्तां भी तोड़ सकदी आ। हले वो हनेरे विच आ, वो कुछ भी अंडरस्टैंड नहीं करदे। तां वचन दे विच लिखिआ जद तू प्रार्थना करें ते अपनी कोठड़ी दे विच वड़ के, भाव रूम दे विच नहीं मन दे विच ਤੁਹਾਡਾ मन प्रार्थना करे। तुसी वॉक कर रहे हैं ना अपनी छत दे उत्ते, तो जिथों जिथों तक नज़र आ रहा बस कहो प्रभु मैं तेरे प्रकाश नूं रिलीज़ करदा, प्रभु यीशु मसीह दे नाम दे विच प्रकाश फैल रहा। जिथे तक मेरी नज़र जा रही है हनेरा उत्थे दूर हो रहा, क्योंकि मेरे शब्द दे विच सामर्थ्य आ, क्योंकि परमेश्वर दे नाम दे विच सामर्थ्य आ। प्रभु तुहाडे विच सामर्थ्य आ। मेरे सज्जे वाले भी हनेरे तो बाहर आ रहे, मेरे खब्बे वाले जिहड़े हनेरे तो बाहर आए, जिधर नूं देखदा हनेरा दूर हो रहा आ। प्रभु तुसी साडे पिंड नूं चानण च लिया रहे, साडे गुआंढ नूं चानण च लिया रहे, असी प्रेम दे विच आ रहे हैं प्रभु, असी आज़ादी दे विच आ रहे हैं प्रभु। तुसी मदद कर रहे अपने वचन दे राही, अपने आत्मा दे राही, अपने स्वर्गदूतां दे राही, अपनी बरकतां दे राही। जदों तुसी कहोगे वचन च लिखिआ नेचा करन वालियां लई सबो कुछ हो सकदा है, तुहाडे लई हो जाना है। हालेलुया। और फिर बहुत सारे तुहाडे राही बचाए जाने प्रभु यीशु मसीह जी दे राज दे लई, प्रभु यीशु मसीह दे नाम दे विच। हालेलुया। अज हनेरा इन्ना ज़्यादा वध गया, इन्ना ज़्यादा वध गया। आओ आपां बाइबल दे विच देखदे हां 2 पीटर ओदा चैप्टर नंबर 2, दूजा पतरस ओदा 2 नंबर अध्याय ते ओदी 1 नंबर पंक्ति तो आपां शुरू करदे हां। इत्थे लिखिआ पर उन्हां लोकां विच झूठे नबी भी उठे, जिवें तुहाडे विच भी झूठे गुरु होणगे, जिहड़े नाश करन वालियां बिदतां चोरी अंदर लियाउणगे अते उस स्वामी दा जिन्हें उन्हां नूं मुल लिया सी इनकार करके छेती अपना नाश कराउणगे। हुण जिस समय च गल हो रही उस वेले भी झूठे नबी सीगे, और खास समझण दी गल की आ जिहड़ी हुण साडे लई हो रही आ। कहंदा तुहाडे विच भी झूठे गुरु होणगे, जिहड़े नाश करन वालियां बिदतां चोरी अंदर लियाउणगे। नाश करन वालियां स्कीमां, नाश करन वालियां वियोनतां, नाश करन वाला सुभाਅ
ਕਹਿੰਦਾ ਉਹ ਚੋਰੀ ਅੰਦਰ ਲੈ ਆਉਣਗੇ, ਇਸ ਤਰੀਕੇ ਨਾਲ ਲੈ ਆਉਣਗੇ ਵੀ ਆਪਾਂ ਨੂੰ ਕੁਝ ਸਮਝ ਵੀ ਨਹੀਂ ਆਉਣੀ। ਉਹਨਾਂ ਨੇ ਐਨ ਇਦਾਂ ਹੀ ਆਪਣੇ ਅੱਗੇ ਪੇਸ਼ ਕਰਨਾ ਜਿੱਦਾਂ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ, ਬਾਹਲੀਆਂ ਚੰਗੀਆਂ ਸਲਾਹਾਂ ਹੁੰਦੀਆਂ, ਪਰ ਉਹਨਾਂ ਨੇ ਨਾਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹ ਅੱਗੇ ਰੱਖਣੀਆਂ ਸਾਡੇ। ਪਰ ਉਹ ਝੂਠੇ ਹੋਣਗੇ, ਝੂਠੇ ਟੀਚਰਸ ਹੋਣਗੇ, ਝੂਠੇ ਗੁਰੂ ਮੀਨਸ ਟੀਚਰ, ਝੂਠੀ ਸਿੱਖਿਆ ਦੇਣ ਵਾਲੇ ਉਹ ਹੋਣਗੇ। ਤਾਂ ਲੋਕਾਂ ਨੂੰ ਸਿਖਾਉਣ ਵਾਸਤੇ ਖੜੇ, ਪਰ ਸਿਖਾਉਣਗੇ ਕੀ? ਗਲਤ ਚੀਜ਼ਾਂ। ਪਰ ਕਿੱਦਾਂ ਸਿਖਾਉਣਗੇ? ਜਿੱਦਾਂ ਸਹੀ ਚੀਜ਼ਾਂ ਸਿਖਾਈ ਦੀਆਂ ਹੈ। ਉਹਨਾਂ ਨੇ ਗਲਤ ਕੰਮ ਕਰਨ ਨੂੰ ਤੁਹਾਨੂੰ ਇਦਾਂ ਕਹਿਣਾ ਆ ਬਈ ਉਹਦੇ 3-4 ਐਡਵਾਂਟੇਜ ਦੱਸ ਦੇਣੇ, ਉਹਨਾਂ ਨੇ ਉਹਦੇ 3-4 ਫਾਇਦੇ ਤੁਹਾਨੂੰ ਦੱਸ ਦੇਣੇ। ਤੁਹਾਨੂੰ ਲੱਗਣਾ ਇਹ ਗਲਤ ਨਹੀਂ ਆ, ਇਹ ਤਾਂ ਸਹੀ ਆ, ਇਹਦਾ ਕਿੰਨਾ ਫਾਇਦਾ ਹੈ, ਅਸੀਂ ਕਰ ਸਕਦੇ ਆ। ਪਰ ਉਹਨਾਂ ਨੇ ਨਾਸ਼ ਕਰਨ ਵੱਲ ਨੂੰ ਲੈ ਜਾਣਾ ਆ। ਇਸ ਲਈ ਆਪਾਂ ਨੂੰ ਹੁਸ਼ਿਆਰ ਰਹਿਣਾ ਪੈਣਾ ਆ। ਕਹਿੰਦਾ ਤੇ ਉਸ ਸਵਾਮੀ ਦਾ ਜਿਹਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ਼ ਕਰਾਉਣਗੇ, ਪਰ ਉਹ ਨਾਸ਼ ਹੋ ਜਾਣਗੇ। ਜਿਹੜੇ ਗਲਤ ਸਿੱਖਿਆ ਦੇਣਗੇ ਤੇ ਗਲਤ ਸਿੱਖਿਆ ਲੈਣਗੇ ਉਹ ਨਾਸ਼ ਹੋ ਜਾਣਗੇ, ਕਰਕੇ ਉਹਨਾਂ ਨੇ ਉਹਦਾ ਇਨਕਾਰ ਕਰ ਦੇਣਾ ਜਿਹਨੇ ਉਹਨਾਂ ਨੂੰ ਮੁੱਲ ਖਰੀਦਿਆ। ਤੇ ਮੁੱਲ ਕਿੰਨੇ ਖਰੀਦਿਆ ਆ? ਪ੍ਰਭੂ ਯਿਸੂ ਮਸੀਹ ਜੀ ਨੇ ਲਹੂ ਦੇ ਕੇ ਸਾਨੂੰ ਮੁੱਲ ਖਰੀਦਿਆ ਆ। ਹਾਲੇਲੂਇਆ। ਅਰ ਬਹੁਤੇ ਉਹਨਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ। ਹੁਣ ਜਿਹੜੇ ਝੂਠੀ ਸਿੱਖਿਆ ਦੇਣ ਵਾਲੇ ਆ ਉਹਨਾਂ ਦੇ ਪਿੱਛੇ ਬਹੁਤ ਭੀੜਾਂ ਲੱਗ ਜਾਣੀਆਂ ਆ, ਕਰਕੇ ਸੱਚ ਦਾ ਰਾਹ ਔਖਾ ਬਹੁਤ ਆ, ਸੱਚ ਦਾ ਰਾਹ ਭੀੜਾ ਬਹੁਤ ਆ, ਇਹਦੇ ਤੇ ਸਮੱਸਿਆ ਬਹੁਤ ਆਉਂਦੀਆਂ ਆ। ਜਦੋਂ ਤੁਸੀਂ ਸੱਚ ਬੋਲਣਾ ਆ ਕਿੰਨੇ ਲੋਕਾਂ ਨੇ ਤੁਹਾਡਾ ਸਾਥ ਛੱਡ ਦੇਣਾ ਆ। ਉਹਨਾਂ ਨੇ ਕਹਿਣਾ ਕੀ ਕਰਨਾ ਸੀ ਇਹੋ ਜਿਹੇ ਸੱਚ ਨੂੰ ਜਿਹਦੇ ਵਿੱਚ ਸਾਨੂੰ ਦੁੱਖ ਭੋਗਣੇ ਪੈਣ, ਅਸੀਂ ਝੂਠਾਂ 'ਚ ਹੀ ਠੀਕ ਆ। ਅਰਬਾਣੀ ਵਿੱਚ ਕੀ ਲਿਖਿਆ? ਕਹਿੰਦਾ ਬਹੁਤੇ ਉਹਨਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨੇ ਆ। ਕਿਹੜੀਆਂ ਚੀਜ਼ਾਂ ਦੇ ਪਿੱਛੇ? ਉਹਨਾਂ ਨੇ ਪਖੰਡ ਬਹੁਤ ਕਰਨੇ ਆ, ਉਹਨਾਂ ਨੇ ਚਮਕ ਦਮਕ ਬਹੁਤ ਕਰਨੀ ਆ। ਲੁੱਚਪੁਣਾ ਕੀ ਹੁੰਦਾ ਆ? ਖਰਾਬ ਕੰਮ ਕਰਨੇ ਆ ਉਹਨਾਂ ਨੇ, ਜਿਹੜੇ ਮਨਾਂ ਨੂੰ ਤੇ ਅੱਖਾਂ ਨੂੰ ਲੁਭਾ ਦੇਣ। ਉਹਨਾਂ ਨੇ ਇਹੋ ਜਿਹੇ ਕੰਮ ਕਰਨੇ ਆ ਬਈ ਵਾਜੇ ਗਾਜੇ ਬਹੁਤ ਆ, ਸ਼ਾਨੋ ਸ਼ੌਕਤ ਬਹੁਤ ਆ, ਤੇ ਪੁੱਠੇ ਕੰਮ ਕਰਨ ਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕਰੀ ਜਾਣਾ। ਉਹਨੇ ਕਹਿਣਾ ਕੋਈ ਗੱਲ ਨਹੀਂ ਆ, ਤੁਸੀਂ ਅੰਦਰ ਖਾਤੇ ਇਦਾਂ ਕਰ ਲਿਆ ਕਰੋ, ਕੋਈ ਗੱਲ ਨਹੀਂ ਆ, ਤੁਸੀਂ ਇਦਾਂ ਕਰ ਲਿਓ। ਜੇ ਮੈਂ ਹੁਣ ਖੋਲ ਕੇ ਉਹ ਕੰਮ ਦੱਸਣ ਲੱਗੀ ਵਿਵਾਦ ਬਹੁਤ ਪੈ ਜਾਣੇ ਆ। ਪਰ ਇਦਾਂ ਸਿਆਣੇ ਕਹਿੰਦੇ ਹੁੰਦੇ ਵੀ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ। ਤੇ ਮੇਰੇ ਖਿਆਲ ਦੇ ਵਿੱਚ ਦ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਦੀਆਂ ਜਿੰਨੀਆਂ ਭੇਡਾਂ ਤੇ ਪਰਮੇਸ਼ਵਰ ਦੇ ਲੋਕ ਇਹ ਸਾਰੇ ਸਮਝਦਾਰ ਹੀ ਆ, ਕਰਕੇ ਬੁੱਧ ਦਾ ਆਤਮਾ ਇਹਨਾਂ ਦੇ ਉੱਤੇ ਓਵਰਫਲੋ ਆ। ਹਾਲੇਲੂਇਆ। ਸੋ ਕਹਿੰਦਾ ਜਿਨ੍ਹਾਂ ਨੇ ਝੂਠੀ ਸਿੱਖਿਆ ਦੇਣੀ ਆ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਪੁੱਠੇ ਕੰਮਾਂ ਦੇ ਪਿੱਛੇ ਤੁਰ ਪੈਣਾ ਆ। ਪਰ ਕਹਿੰਦਾ ਇਸ ਕਾਰਨ ਸੱਚਾਈ ਵਾਲਿਆਂ ਦੀ ਬਦਨਾਮੀ ਹੋਣੀ ਆ। ਹੁਣ ਕੀ ਆ? ਥੋੜਾ ਜਿਹਾ ਤਾਂ ਸਿੱਧਾ ਹੋਣਾ ਪਊਗਾ ਬਈ ਬਹੁਤ ਸਾਰੇ ਆ ਜਿਹੜੇ ਕਹਿੰਦੇ ਵੀ ਅਸੀਂ ਪਾਦਰੀ ਆ, ਬਹੁਤ ਸਾਰੇ ਆ ਜਿਹੜੇ ਕਹਿੰਦੇ ਅਸੀਂ ਯਿਸੂ ਮਸੀਹ ਦੇ ਚੇਲੇ ਆ, ਬਹੁਤ ਸਾਰੇ ਤਾਂ ਆਪਣੇ ਆਪ ਨੂੰ ਨਬੀ ਤੇ ਰਸੂਲ ਵੀ ਦੱਸਦੇ ਆ, ਪਰ ਕੰਮ ਇਹੋ ਜਿਹੇ ਕਰਦੇ ਆ ਵੀ ਓਪਰਿਆਂ ਦੇ ਵਿੱਚ ਵੀ ਬਦਨਾਮੀ ਹੁੰਦੀ ਆ। ਤੇ ਫਿਰ ਕੀ ਹੁੰਦਾ? ਜਿਹੜੇ ਚੰਗੇ ਚਾਲ ਚੱਲਦੇ ਆ, ਜਿਹੜੇ ਖਰੀ ਸਿੱਖਿਆ ਦਿੰਦੇ ਜਾਂ ਖਰੀ ਸਿੱਖਿਆ ਨੂੰ ਫੋਲੋ ਕਰਦੇ ਆ, ਫਿਰ ਉਹਨਾਂ ਨੂੰ ਵੀ ਉਹਦਾ ਨਤੀਜਾ ਭੁਗਤਣਾ ਪੈਂਦਾ ਆ। ਫਿਰ ਲੋਕੀ ਕਹਿੰਦੇ ਇਦਾਂ ਦੇ ਮਸੀਹ ਹੁੰਦੇ ਆ। ਬਹੁਤ ਸਾਰੇ ਆ ਜਿਹੜੇ ਆਪਣੀਆਂ ਜਨਾਨੀਆਂ ਨੂੰ ਛੱਡ ਕੇ ਦੂਜਿਆਂ ਨਾਲ ਅਫੇਅਰ ਲੈਂਦੇ ਆ, ਉਹਨਾਂ ਨੇ ਬਾਹਰ ਜਨਾਨੀਆਂ ਰੱਖੀਆਂ ਆ। ਬਹੁਤ ਸਾਰੀਆਂ ਜਨਾਨੀਆਂ ਆ ਆਪਣੇ ਆਪ ਨੂੰ ਉਹ ਨਬੀਆਂ ਦੱਸਦੀਆਂ ਆ, ਹੋਰ ਬਹੁਤ ਕੁਛ ਆਪਣੇ ਆਪ ਨੂੰ ਡਿਕਲੇਅਰ ਕਰਦੀਆਂ, ਪਰ ਓਪਰੇ ਆਦਮੀ ਰੱਖੇ ਆ ਉਹਨਾਂ ਨੇ। ਆਪਣੇ ਧੀਆਂ ਪੁੱਤਰਾਂ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਆ। ਆਪਣੀ ਕਲੀਸਿਆ ਦੇ ਵਿੱਚ ਵੀ ਉਹ ਗਲਤ ਕੰਮ ਹੋਣ ਤੋਂ ਰੋਕਦੇ ਨਹੀਂ ਆ, ਪਰ ਉਹਨਾਂ ਦੇ ਵਿੱਚ ਵੀ ਲੋਕੀ ਰੁੱਸ ਨਾ ਜਾਣ, ਚੇਲੇ ਛੱਡ ਕੇ ਨਾ ਚਲੇ ਜਾਣ, ਉਹਨਾਂ ਦਾ ਸਾਥ ਦਿੰਦੇ ਆ। ਪਰ ਜਦੋਂ ਉਹਨਾਂ ਦੇ ਪਾਪ ਦੁਨੀਆ ਦੇ ਅੱਗੇ ਜ਼ਾਹਰ ਹੁੰਦੇ ਆ, ਫਿਰ ਜਿਹੜੇ ਸੱਚ ਦੇ ਵਿੱਚ ਵੀ ਚੱਲਦੇ ਆ ਉਹਨਾਂ ਨੂੰ ਵੀ ਬਦਨਾਮੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈਂਦਾ ਆ। ਪਰ ਇਹ ਕੁਛ ਨਵਾਂ ਨਹੀਂ ਹੈਗਾ। ਜੇ ਨਵਾਂ ਹੁੰਦਾ ਫਿਰ ਪਵਿੱਤਰ ਬਾਈਬਲ ਦੇ ਵਿੱਚ ਨਹੀਂ ਹੋਣਾ ਸੀਗਾ, ਪਰ ਪਵਿੱਤਰ ਬਾਈਬਲ ਦੇ ਵਿੱਚ ਪਹਿਲਾਂ ਹੀ ਲਿਖਿਆ ਆ। ਕੀ ਲਿਖਿਆ ਆ? ਕਹਿੰਦਾ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ
ਬਦਨਾਮੀ ਕੀਤੀ ਜਾਵੇਗੀ। ਸੋ ਜਦੋਂ ਵੀ ਕਿਸੇ ਨੂੰ ਤੁਸੀਂ ਆਪਣਾ ਆਤਮਿਕ ਅਧਿਆਤਮਿਕ ਗੁਰੂ ਮੰਨਦੇ ਆ, ਕਿਸੇ ਨੂੰ ਤੁਸੀਂ ਆਪਣਾ ਟੀਚਰ ਮੰਨਦੇ ਆ, ਬਹੁਤ ਧਿਆਨ ਨਾਲ ਚੱਲਣਾ ਆ ਬਈ ਉਹਦਾ ਆਚਰਣ ਕਿੱਦਾਂ ਦਾ ਆ, ਉਹਦਾ ਕਰੈਕਟਰ ਕਿੱਦਾਂ ਦਾ ਆ, ਉਹਦੇ ਕੰਮ ਕਿੱਦਾਂ ਦੇ ਆ। ਸਿਰਫ ਇਦਾਂ ਹੀ ਨਹੀਂ ਦੇਖਣਾ ਵੀ ਉਹਨੇ ਹੱਥ ਦੇ ਵਿੱਚ ਧਰਮ ਪੁਸਤਕ ਫੜੀ ਆ। ਪੜ੍ਹ ਕੇ ਤਾਂ ਕੋਈ ਵੀ ਬੋਲ ਸਕਦਾ ਆ। ਜਦੋਂ ਪੰਜਵੀਂ 'ਚ ਨਿਆਣਾ ਹੋ ਜਾਂਦਾ, ਬਹੁਤ ਸੋਹਣੀ ਉਹ ਲੈਂਗੁਏਜ ਪੜ੍ਹਨੀ ਸ਼ੁਰੂ ਕਰ ਦਿੰਦਾ, ਭਾਵੇਂ ਉਹਨੂੰ ਅੰਗਰੇਜ਼ੀ ਦੀ ਫੜਾ ਦਿਓ, ਹਿੰਦੀ ਜਾਂ ਪੰਜਾਬੀ ਦੀ ਫੜਾ ਦਿਓ, ਪਰ ਉਹਨੂੰ ਐਕਸਪਲੇਨ ਕਰਨਾ ਇੰਨੀ ਈਜ਼ੀ ਜੌਬ ਨਹੀਂ ਆ, ਔਰ ਉਹਦੇ ਉੱਤੇ ਚੱਲਣਾ ਸਭ ਤੋਂ ਹੀ ਔਖਾ ਕੰਮ ਆ। ਤੇ ਜਦੋਂ ਕਿਸੇ ਨੂੰ ਆਪਣਾ ਆਤਮਿਕ ਅਤੇ ਅਧਿਆਤਮਿਕ ਗੁਰੂ ਮੰਨਣਾ ਆ, ਟੀਚਰ ਮੰਨਣਾ ਆ, ਕਿਸੇ ਦੀ ਸਿੱਖਿਆ ਲੈਣੀ ਆ, ਕਿਸੇ ਨੂੰ ਸੁਣਨਾ ਆ, ਤਾਂ ਪਹਿਲਾਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਵੀ ਉਹਦਾ ਆਪਣਾ ਜੀਵਨ ਕਿੱਦਾਂ ਦਾ ਆ, ਕੀ ਜਿਹੜੀਆਂ ਚੰਗੀਆਂ ਗੱਲਾਂ ਉਹ ਕਰਦਾ ਆ ਉਹ ਉਹਦੇ ਜੀਵਨ ਦੇ ਵਿੱਚ ਲਾਗੂ ਹੁੰਦੀਆਂ ਆ। ਜੇ ਉਹਦੇ ਜੀਵਨ ਦੇ ਵਿੱਚ ਲਾਗੂ ਨਹੀਂ ਹੁੰਦੀਆਂ, ਉਦੋਂ ਹੀ ਕੰਨੀ ਕੱਟ ਉੱਥੋਂ ਜਿਹੜੀ ਆ ਕਰ ਜੋ, ਉਦੋਂ ਹੀ ਪਾਸੇ ਹੋ ਜੋ। ਨਹੀਂ ਤੇ ਇਹ ਨਾ ਹੋਵੇ ਬਈ ਇਹ ਕਹਿਣ ਨੂੰ ਬਈ ਜਿੱਥੇ ਮੈਂ ਜਾਣਾ ਉੱਥੇ ਬਹੁਤ ਭਾਰੀ ਇਕੱਠ ਹੁੰਦਾ। ਭਾਰੀ ਇਕੱਠ ਦੀ ਕਿਹੜੀ ਗੱਲ ਆ, ਉਹ ਤਾਂ ਪਿੰਡ ਦੇ ਮੇਲਿਆਂ 'ਚ ਵੀ ਹੋ ਜਾਂਦਾ। ਕਬੱਡੀ ਪੈਂਦੀ ਹੋਵੇ ਉੱਥੇ ਬਹੁਤ ਇਕੱਠ ਹੋ ਜਾਂਦਾ। ਇਹਦਾ ਮਤਲਬ ਇਹ ਥੋੜੀ ਵੀ ਉਹ ਸਾਰੇ ਸਵਰਗ ਨੂੰ ਜਾਣ ਦੇ ਲਈ ਉੱਥੇ ਟਿਕਟਾਂ ਲੈਣ ਡੇ ਆ। ਕ੍ਰਿਕਟ ਦੇ ਮੈਚ ਦੇ ਉੱਤੇ ਕਿੰਨਾ ਇਕੱਠ ਹੁੰਦਾ। ਭੀੜਾਂ ਦਾ ਮਤਲਬ ਜਿਹੜਾ ਆ ਨਾ, ਉਹ ਧਾਰਮਿਕਤਾ ਨੂੰ ਨਹੀਂ ਦਰਸਾਉਂਦਾ। ਕੋਈ ਚੰਗੀ ਮੂਵੀ ਰਿਲੀਜ਼ ਹੋ ਜਾਏ ਤਾਂ ਸਿਨੇਮਿਆਂ 'ਚ ਵੀ ਭੀੜ ਬਹੁਤ ਹੋ ਜਾਂਦੀ ਆ, ਤੇ ਉਹਦਾ ਕੀ ਮਤਲਬ ਹੋਇਆ ਵੀ ਉਹ ਸਾਰੇ ਸਵਰਗ ਨੂੰ ਚੱਲੇ ਆ। ਕੋਈ ਰੈਸਟੋਰੈਂਟ ਚੰਗਾ ਚੱਲਦਾ ਹੋਏ, ਭੀੜਾਂ ਤਾਂ ਉੱਥੇ ਬਹੁਤ ਹੋ ਜਾਂਦੀਆਂ। ਸਰਕਸ ਕੋਈ ਮਸ਼ਹੂਰ ਹੋਏ, ਭੀੜਾਂ ਤਾਂ ਉੱਥੇ ਬਹੁਤ ਹੋ ਜਾਂਦੀਆਂ ਆ। ਭੀੜਾਂ ਦੇ ਮਗਰ ਨਹੀਂ ਲੱਗਣਾ, ਪਰਮੇਸ਼ਵਰ ਦੇ ਵਚਨ ਦੇ ਮਗਰ ਲੱਗਣਾ ਆ। ਹਾਲੇਲੂਇਆ। ਸੋ ਇਸ ਗੱਲ ਨੂੰ ਪੱਲੇ ਨਾਲ ਗੰਢ ਦੇ ਲਿਓ। ਅਤੇ ਲੋਭ ਦੇ ਮਾਰੇ ਉਹ ਬਣਾਵਟ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ। ਲਾਲਚ ਦੇ ਮਾਰੇ ਬਨੌਟੀ ਗੱਲਾਂ ਕਰਨਗੇ ਤੁਹਾਡੇ ਨਾਲ, ਤੁਹਾਨੂੰ ਖੁਸ਼ ਰੱਖਣ ਦੇ ਲਈ ਵੀ ਤੁਹਾਨੂੰ ਜਿਹੜੀਆਂ ਕਾਰਾਂ ਮਿਲ ਜਾਣੀਆਂ, ਕੋਠੀਆਂ ਪੈ ਜਾਣੀਆਂ, ਵੀਜ਼ੇ ਲੱਗ ਜਾਣੇ। ਮੈਂ ਅੱਜ ਤੱਕ ਐ ਨਹੀਂ ਕਿਸੇ ਨੂੰ ਪ੍ਰੋਫੈਸੀ ਕਰਦੇ ਦੇਖਿਆ ਵੀ ਅੱਜ ਇੰਨੇ ਜਾਣਿਆਂ ਦੇ ਸਵਰਗ ਦੇ ਵੀਜ਼ੇ ਲੱਗ ਰਹੇ ਆ। ਕੀ ਪਰਮੇਸ਼ਵਰ ਦਾ ਆਤਮਾ ਇਹ ਪ੍ਰੋਫੈਸੀ ਨਹੀਂ ਕਰਦਾ? ਪਰ ਅੱਜ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੀ ਹਾਂ, ਅੱਜ ਇੱਥੇ 10% ਲੋਕਾਂ ਦੇ ਸਵਰਗ ਦੇ ਵੀਜ਼ੇ ਲੱਗ ਰਹੇ, ਕਿਉਂਕਿ ਉਹ ਆਪਣੇ ਜੀਵਨ ਨੂੰ ਬਦਲ ਰਹੇ ਆ। ਇੱਕ ਗੱਲ ਨੂੰ ਯਾਦ ਰੱਖਿਓ, ਭਵਿੱਖਬਾਣੀ ਉਹ ਨਹੀਂ ਹੁੰਦੀ ਜਿਹੜੀ ਬਸ ਕਿਸੇ ਪਾਰਟਿਕੂਲਰ ਇੱਕ ਪਰਸਨ ਦੇ ਨਾਲ ਜਿਹੜੀ ਸੰਬੰਧਿਤ ਹੋਏ। ਜਿਹੜੀ ਅਸਲੀ ਭਵਿੱਖਬਾਣੀ ਆ ਪਵਿੱਤਰ ਵਚਨ ਦੇ ਅਨੁਸਾਰ, ਉਹ ਕਲੀਸਿਆ ਦੀ ਤਰੱਕੀ ਦੇ ਲਈ ਹੁੰਦੀ ਆ। ਅਸਲੀ ਭਵਿੱਖਬਾਣੀ ਕੌਮਾਂ ਦੀ ਤਰੱਕੀ ਦੇ ਲਈ ਹੁੰਦੀ ਆ। ਔਰ ਜਿੰਨੀਆਂ ਭਵਿੱਖਬਾਣੀਆਂ ਪਵਿੱਤਰ ਬਾਈਬਲ ਦੇ ਵਿੱਚ ਕੀਤੀਆਂ ਗਈਆਂ ਆ, ਉਹਨਾਂ ਭਵਿੱਖਬਾਣੀਆਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਪਤਾ ਵਿਨਾਸ਼ ਦੀਆਂ ਸੀਗੀਆਂ। ਕੋਈ ਪਰਲੋ ਦੇ ਆਉਣ ਦੀ ਸੀਗੀ, ਕੋਈ ਕਿਸੇ ਪਿੰਡ ਦੇ ਮੁਲਕ ਦੇ ਨਾਸ਼ ਹੋਣ ਦੀ ਸੀਗੀ। ਬਹੁਤ ਥੋੜੀਆਂ ਜੀਆਂ ਭਵਿੱਖਬਾਣੀਆਂ ਆ ਜਿਹੜੀਆਂ ਖੁਸ਼ਖਬਰੀ ਦੀਆਂ ਆ, ਜਿੱਦਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਆ, ਪਰ ਬਾਲੀਆਂ ਡੇਂਜਰਸ ਸੀਗੀਆਂ। ਅੱਜ ਕਿੱਦਾਂ ਦੀਆਂ ਭਵਿੱਖਬਾਣੀਆਂ ਹੁੰਦੀਆਂ ਆ? ਭਵਿੱਖਬਾਣੀ ਹੁੰਦੀ ਆ ਇੱਕ ਪਾਸੇ ਢੋਲ ਵੱਜਣ ਡਿਆ, ਦੂਜੇ ਪਾਸੇ ਲੁੱਡੀਆਂ ਬਹਿ ਰਹੀਆਂ। ਇਹ ਕਿਹੜੀ ਭਵਿੱਖਬਾਣੀ ਆ? ਉਹ ਇਸ ਲਈ ਆ ਕਿ ਤੁਹਾਨੂੰ ਖੁਸ਼ ਕੀਤਾ ਜਾਏ ਔਰ ਤੁਹਾਡੀਆਂ ਜੇਬਾਂ ਖਾਲੀ ਕਰਾਈਆਂ ਜਾਣ। ਕਹਿੰਦਾ ਉਹ ਤੁਹਾਨੂੰ ਖੱਟੀ ਦਾ ਢੰਗ ਬਣਾ ਲੈਣਗੇ ਬਣਾਵਟ ਦੀਆਂ ਗੱਲਾਂ ਦੇ ਨਾਲ। ਇਹ ਨਿਸ਼ਾਨ ਕਾਹਦਾ ਆ? ਕੁਧਰਮ ਦਾ ਆ। ਅੱਜ ਤੁਸੀਂ ਸੁਣ ਕੀ ਰਹੇ ਆ? ਧਰਮ, ਧਰਮ ਦੀਆਂ ਗੱਲਾਂ ਸੁਣ ਰਹੇ ਆ। ਕਿਉਂ? ਕਰਕੇ ਇਹ ਸੱਚਾਈ ਦੀਆਂ ਗੱਲਾਂ ਆ। ਔਰ ਸੱਚਾਈ ਕੀ ਆ? ਧਰਮ। ਧਰਮ ਦਾ ਇੱਕ ਗੁਣ ਆ, ਪਰਮੇਸ਼ਵਰ ਦਾ ਸੁਭਾਅ ਆ। ਔਰ ਜਿਹੜੀਆਂ ਭਵਿੱਖਬਾਣੀਆਂ ਹੁੰਦੀਆਂ, ਉਹਨਾਂ ਦੇ ਰਾਹੀਂ ਕਰੈਕਸ਼ਨ ਕੀਤੀ ਜਾਂਦੀ ਆ, ਉਹਨਾਂ ਦੇ ਰਾਹੀਂ ਸੁਧਾਰ ਕੀਤਾ ਜਾਂਦਾ ਆ।
तुसी सोचो, परमेश्वर ने जोना नबी नू भविष्यवाणी दिती कि जा नीनवा नू जाके कह इन्ने दिनां नू नाश हो जाना। अगर परमेश्वर ने नीनवा नू नाश करना सी तो उन्हां दे लई पहलां भेजण दे जड़ा सुनेहा की लोड़ सीगी? ਉਹ आसमान नू फाड़दा, अग डिगदी ते नीनवा ने भस्म हो जाना सीगा। इन्ने दिन पहला सुनेहा क्यों भेजिया? क्योंकि परमेश्वर जी नहीं चाहते कि कुछ भी ਉਹਦੇ हथ का बनाया होया नाश होए। उन्हें समा दिता उन्होंने कि वह पश्चाताप करन अते बचाए जाण। ਉਹਦਾ मतलब ये नहीं सी कि नीनवा नू नाश करना परमेश्वर दे लई एक खुशी दी गल सी। परमेश्वर ने उन्होंने मौका दिता, जिवें अज सानू भी दिता। हालेलुया। सो इसलिए असी देखना है, बहुत सारे लोग कलीसिया दे विच जिथे बहुत सारिया प्रोफेसीज हुंदियां उत्थे वो सारा टाइम उन्हां दी एनर्जी इक्को चीज वाल लगी, काश मेरे लिए भी कुछ बोल देण, काश मेरे लिए भी कुछ बोल देण। पूरा टाइम वर्शिप होई, उन्हां दा मन नहीं टेक रहा, वचन होया उन्हां दा मन नहीं टेक रहा। जिद्दां ही पादरी ने माइक फड़िया अपने हथ विच, प्रॉफिट ने माइक फड़िया, उन्हां दी सारी एनर्जी उन्हां दे कन्नां दे विच चलेगी कि बस हुण की बोलिया ते मैं फड़ लवां। भविष्यवाणी वचन नालों वड्डी कदे नहीं हो सकती, चेते रखियो। भविष्यवाणी बचा नहीं सकती, पर वचन तुहानू बचा सकदा है। हालेलुया। सो वचन दे विच अगे की लिखिया? उन्हां उत्ते सजा दा हुक्म जिहड़ा चुरोकना ही होया है ढिल नहीं करदा अते उन्हां दा नास उंगलाउंदा नहीं। ਜਿਹੜੇ गलत काम करते आ, गलत गल्लां दे नाल परमेश्वर दे लोकां नूं भरमाउण दी कोशिश करते आ, कहंदा पहलां ही उन्हां लई सज़ा दा हुक्म होया आ ते ओह ढिल्ला नहीं आ, उंगलाउंदा नहीं आ, लेजी नहीं आ। कहंदा ओह रेडी आ उन्हां नूं सज़ा देण नूं अते उन्हां दा नास उंगलाउंदा नहीं। क्योंकि जदों परमेश्वर ने दूतां नूं जिस वेले उन्हां पाप कीता ना छड्डिया, सगों उन्हां नूं नरक विच सुੱਟ के अंधकूपां विच पा दिता भई न्याय दे लई काबू रहण अते ना पुराने संसार नूं छड्डिया, सगों जिस वेले कुधर्मियां दे संसार उत्ते परलो आंदी तां नूह नूं जिहड़ा धर्म दा प्रचारक सी 7 होरनां सणे बचा लिया। हालेलुया। हुण वचन इदां दसदा भी जे परमेश्वर ने दूतां नूं भी माफ नहीं किया जदों उन्होंने पाप किया। कहंदा दूतां नूं भी जिस वेले उन्हां पाप किया ना छड्डिया, उन्हां नूं भी नरक दी सज़ा दे लई उन्हें काबू कर लिया। जदों लूसीफर ने मन च हंकार किया भी मैं अपना तख्त परमेश्वर तो उच्चा करांगा, उन्हें पाप किया है, होर कई तरह के पाप ते जिन्हां ने उहदे नाल एग्री किया। कहंदा जदों उन्हां नूं नहीं उन्हें बख्शिया, जदों वो पुराने समयां दे विच जदों नूह दा बेड़ा सीगा उदों बहुत पाप वध गए सीगे, जदों उदों जल परलो ले आंदी पर 7 लोकां नूं परमेश्वर ने बचा लिया, नूह नूं ते उहदे परिवार नूं बचा लिया जिहड़े धर्मी सी, परमेश्वर दे हुक्मां दी आग्याकारी करदे सी। तां कहंदा हुण फेर इदां ही होना है, जिहड़े धर्मी आ ओह बचा लए जाणे ते जिहड़े कुधर्मी आ उन्हां दा नाश हो जाना है। अते सदूम अते अमुरा दे नगरां नूं स्वाह करके ढाह सुट्टण दा हुक्म दिता अते उन्हां नूं उहदे पिछों दे कुधर्मियां लई एक नमूना ठहरा छड्डिया है। अते लूत नूं जिहड़ा धर्मी सी अते दुष्टां दे लुचपुणे दी चाल तो जिच हुंदा सी बचा लिया, क्यों जो धर्मी पुरख उन्हां विच वसदियां वेख सुण के दिनों दिन अपनी धर्मी जान नूं उन्हां दे भैड़ियां कर्मां तो दुखी करदा सी, तां प्रभु भगतां नूं परतावे विचों कढणा अते कुधर्मियां नूं न्याय दे दिन तक सज़ा हेठ रखना जाणदा है। हुण की कहंदा जदों सदूम ते अमुरा जिहड़े बाइबल पढ़दे आ उन्हां नूं पता है इस बारे विच, उन्हां शहरां दे विच बहुत लुचपुणा वध गया सी, बहुत खराब काम होण लग गए सी, विचार उत्थे बहुत वध गया सीगा। कहंदा जदों उत्थे परमेश्वर दा क्रोध आया शहरां नूं नाश करन दे लई परमेश्वर ने गंधक दी अग भराई उत्थे, पर कहंदा उत्थे लूत धर्मी बंदा जिहड़ा अपनी जान नूं बचाउण दे हीले वसीले करदा रहिंदा आ और उन्हां दे पाप वल देख के जिहड़े लोग पाप करदे दुखी हुंदा तां परमेश्वर ने लूत नूं उत्थों कढ लिया। हालेलुया। कहंदा उन्हां शहरां नूं पिछों आउण वाले कुधर्मियां दे लई नमूना
एग्जाम्पल सैट कर दी कि जिथे कुधर्म वध जूगा, जिथे पाप वध जूगा, उत्थे मैं भयानक नाश कर देवांगा। पर उस जगह ते जिथे नाश होना आ, अगर उत्थे धर्मी होणगे, परमेश्वर उन्हां धर्मी लोकां नूं बाहर कढ लूगे। हालेलुया। अब्राहम परमेश्वर दे नाल गल करदा है और परमेश्वर अब्राहम दे नाल, तां जदों अब्राहम नूं पता लगा कि जिहड़ा सदोम आ वो नाश होना, ते अब्राहम दे मन विच आया कि मेरा रिश्तेदार उत्थे आ, ਉਹਦਾ परिवार उत्थे आ, तो परमेश्वर नूं पुछदा, कहंदा जे उत्थे 50 जने धर्मी होण तां कहंदा तू उस थां नूं छड्ड दूंगा। परमेश्वर ने कहा हाँ मैं छड्ड दूंगा, मैं बचा लूंगा। फिर उन्हें कहा जे 40 होण, कहंदा तां भी छड्ड दूंगा। फिर कहंदा जे 30 होण तां भी छड्ड दूं, 20 ते भी छड्ड दूं। जदों अब्राहम ने कहा जे 10 होण, तो परमेश्वर ने उत्थे बस करके फिर उन्होंने अब्राहम नूं दस दिता भी 10 होने बहुत जरूरी आ, भी फिर भी मैं छड्ड दूंगा। पर तुसी सोचो वो शहर दे विच 10 भी नहीं सीगे, जे 10 भी हुंदे तां वो बच जांदा। उन्हां 10 धर्मियां दी प्रार्थना दे नाल उत्थे 10 भी नहीं सीगे, उत्थे नाश हो गया, विनाश हो गया। पर परमेश्वर ने लूत नूं कढ लिया, उहदियां धीआं नूं उत्थों कढ लिया, वो धर्मी बचाए गए। तुसीं सोचो अज परमेश्वर ने सानू पिंडां चों चुनिया आ। अज अगर एक पिंड दे विच 10-10 बंदे धर्मी हो जाण तां किन्ना बचाव आ साडे पिंड दा। सोच के देखो, अज असीं सैल्फिश तां हो गए आ, असी मतलब प्रस्त हो गए, सिर्फ अपने लिए प्रार्थना करी जाने। जे गवांढ लिए प्रार्थना कर लीए, 4 न्याणे उन्होंने भी होणगे, 4 जने साडे टब्बर दे भी होणगे, अपने सज्जे खब्बे लिए प्रार्थना करो। जे 3 या 4 घर भी एक पिंड दे विच धर्मी लोकां दे हो जाण, पूरा पिंड बचाया जाना प्रभु यीशु मसीह दे किरपा दे नाल। अज एक गली टुट जाए तो सरपंच नूं गालां कड्ढण लग जांदे आ भी ये तो काम नहीं करा होया। एक छोटी जी फैसिलिटी जिहड़ी है ना वो खराब हो जाए तो वो दुखी हो जाते हैं। तो तुसी सोचो जे परमेश्वर का क्रोध आ गया तो सब ढह ढेरी हो जाना, तो फिर की बनना, फिर किधर नूं भजना। इसलिए बहुत जरूरी आ अपने आंढ गुआंढ लई प्रार्थना करना। अगर परमेश्वर ने सानू चुनिया आ, इसलिए चुनिया आ तां जो साडे राही होर भी बहुत सारे बचाए जा सकन। परमेश्वर ने कहा जगत दा चानण तुसी आ, तुसी लूण आ, ते जे लूण ही बेसवादला हो गया तो फिर की होना आ, सिट दिता जाना नाश होने दे लई। अज प्रार्थना करो कि प्रभु साडे पिंडां दे विच 50-50 100-100 धर्मी उठण। तू चुन प्रभु, तू इन्हां नूं सुपनियां विच जाके दस तू परमेश्वर आ। मंगो ते सही। जे ओ मरियम नूं दूत भेज के यूसुफ दे सुपने विच सुनेहा दे सकदा, की तुहाडीआं प्रार्थनावां दे नाल तुहाडे गुआंढीआं दे सुपनियां विच सुनेहा नहीं आ सकदा? की तुहाडे रिश्तेदारां दे सुपनियां दे विच परमेश्वर सुनेहा देण दे लई सामर्थी नहीं आ? ओ सब कुछ करन दे लई सामर्थी आ। कमजोर आ ते असीं आ, नहीं चाहुंदे ते असीं नहीं चाहुंदे। जिदन असी चाहया कि प्रभु तेरी धार्मिकता फैल जाए, धार्मिकता वध जानी आ, पर असी चाहते नहीं क्योंकि असी सैल्फिश हो चुके, असी मतलब प्रस्त हो चुके हैं। मंगो, अगर बचना तो मंगो। वो समा दूर नहीं आ जदों इस संसार दे उत्ते अग वरन वाली आ, बहुत जल्द अग वरन वाली आ। सानू लगदा ना कि आसमान चों अग किद्दां डिगूगी, लड़ाइयां लगियां तो तोपां दे विचों फुੱਲ नहीं डिगणे, अग ही डिगणी आ। ते उन्होंने एड्रैस नहीं पुछना पिंडां दा भी इत्थे डिगी है कि ना डिगी है। जे तकनीकां लेटेस्ट है ना तो परमेश्वर का क्रोध भी लेटेस्ट तकनीक दे नाल ही वरना आ। इसलिए अपने बचन का उपराला करो, परमेश्वर नूं समर्पण करो अपना आप, अपने आंढ गुआंढ दे लई प्रार्थना करो। अगर साडे पिंड च 10 धर्मी होणगे, एटलीस्ट उन्हां धर्मियां दीयां प्रार्थनावां उन्हां तोपां दे उन्हां गोलियां दे मूंह मोड़ देणगीआं यीशु मसीह दे नाम दे विच। और की कहंदा, प्रभु भगतां नूं परतावे विचों कढणा अते कुधर्मियां नूं न्याय दे दिन तक सजा हेठ रखना जाणदा है। अगर असी
ਭਗਤ ਬਣ ਕੇ ਰਵਾਂਗੇ, ਪਰਮੇਸ਼ਵਰ ਦੀ ਭਗਤੀ ਦੇ ਵਿੱਚ ਰਵਾਂਗੇ, ਪਰਮੇਸ਼ਵਰ ਦੇ ਹੁਕਮਾਂ ਦੇ ਅਧੀਨ ਰਵਾਂਗੇ, ਪਰਮੇਸ਼ਵਰ ਸਾਨੂੰ ਵਿਪਤਾ ਚੋਂ ਕੱਢਣਾ ਜਾਣਦੇ ਆ। ਔਰ ਜਿਹੜੇ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਨਹੀਂ ਆ, ਉਹਨਾਂ ਨੂੰ ਵਿਪਤਾ ਦੇ ਵਿੱਚ ਰੱਖ ਕੇ ਨਿਆਂ ਦੇ ਦਿਨ ਤੱਕ ਕਿੱਦਾਂ ਨਰਕ ਨੂੰ ਸਿੱਟਣਾ, ਉਹਨੂੰ ਉਹ ਵੀ ਤਰੀਕਾ ਆਉਂਦਾ ਆ। ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ, ਉਹ ਢੀਠ ਅਤੇ ਮਨਮਤੀਏ ਹਨ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ। ਭਾਵੇਂ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਹਨਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਹਨਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ, ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਜਿਹੜੇ ਅਸਲੋਂ ਬੁੱਧੀਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ ਹਨ, ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ, ਇਹਨਾਂ ਦੇ ਵਿਖੇ ਕੁਫਰ ਬਕਦੇ ਹੋਏ ਉਹਨਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਹੁਣ ਕੀ ਦੱਸਦਾ ਆ? ਕਹਿੰਦਾ ਉਹ ਦੂਤ, ਸਵਰਗੀ ਦੂਤ ਆ ਜਿਹੜੇ, ਕਹਿੰਦਾ ਉਹ ਬਲ ਵਿੱਚ ਵੀ ਤਕੜੇ ਆ, ਉਹ ਸਮਰੱਥ ਵਿੱਚ ਵੀ ਤਕੜੇ ਆ, ਉਹਨਾਂ ਦੀ ਸ਼ਕਤੀ ਜ਼ਿਆਦਾ ਆ, ਰੁਤਬਾ ਨਹੀਂ। ਕਿਸੇ ਨੂੰ ਭੁਲੇਖਾ ਨਾ ਰਵੇ ਵੀ ਵਚਨ ਕਹਿੰਦਾ ਜਿਹੜੇ ਸਵਰਗੀ ਦੂਤ ਆ ਉਹ ਮਨੁੱਖਾਂ ਨਾਲੋਂ ਵੱਧ ਆ ਪਰਮੇਸ਼ਵਰ ਦੇ ਅੱਗੇ। ਪਰਮੇਸ਼ਵਰ ਨੇ ਮਨੁੱਖ ਨੂੰ ਸਭਨਾਂ ਨਾਲੋਂ ਉੱਤਮ ਬਣਾਇਆ ਔਰ ਸਭ ਤੋਂ ਵੱਧ ਪ੍ਰੇਮ ਕੀਤਾ ਆ, ਇਸ ਗੱਲ ਨੂੰ ਚੇਤੇ ਰੱਖਿਓ। ਪਰ ਸਵਰਗੀ ਦੂਤਾਂ ਦੇ ਕੋਲ ਬਲ ਬਹੁਤ ਆ, ਕਿਉਂਕਿ ਉਹਨਾਂ ਦੇ ਕੋਲ ਸੁਪਰ ਨੈਚੁਰਲ ਪਾਵਰ ਆ, ਅਲੌਕਿਕ ਸ਼ਕਤੀ ਆ ਉਹਨਾਂ ਦੇ ਕੋਲ। ਕਹਿੰਦਾ ਉਹ ਸਵਰਗ ਦੂਤ, ਉਹ ਦੂਤ ਜਿਹੜੇ ਬਲ ਵਿੱਚ ਵੀ ਤਕੜੇ ਆ, ਸਮਰੱਥ ਵਿੱਚ ਵੀ ਤਕੜੇ, ਕਹਿੰਦਾ ਉਹ ਪਰਮੇਸ਼ਵਰ ਅੱਗੇ ਮਿਹਣਾ ਮਾਰ ਕੇ ਨਹੀਂ ਕਹਿੰਦੇ ਵੀ ਇਹਨਾਂ ਲੋਕਾਂ ਦੀ ਟਹਿਲ ਸੇਵਾ ਲਈ ਸਾਨੂੰ ਭੇਜਦਾ ਆ, ਇਹ ਕੁਫਰ ਬਕਦੇ ਆ, ਇਹ ਗੁਆਂਢੀਆਂ ਨਾਲ ਪਿਆਰ ਨਹੀਂ ਕਰਦੇ, ਤੇਰੇ ਵੀ ਆਖੇ ਨਹੀਂ ਲੱਗਦੇ। ਕਦੀ ਕਹਿੰਦਾ ਮਿਹਣਾ ਹੀ ਨਹੀਂ ਦਿੰਦੇ ਉਹ ਰੱਬ ਨੂੰ। ਪਰ ਕਹਿੰਦਾ ਇਹ ਮਨੁੱਖ, ਕਹਿੰਦਾ ਇਹ ਸਾਰਾ ਕੰਮ ਕਰਦੇ ਆ। ਅਸੀਂ ਬਲ ਵੀ ਹੈ ਨਹੀਂ, ਬੁੱਧ ਵੀ ਹੈ ਨਹੀਂ, ਪੱਲੇ ਵੀ ਕੁਛ ਹੈ ਨਹੀਂ, ਕੁਛ ਵੀ ਨਹੀਂ ਕਰ ਸਕਦੇ, ਫਿਰ ਵੀ ਬੁੜਬੁੜ ਹੋਈ ਜਾਂਦੀ ਆ, ਫਿਰ ਵੀ ਮਿਹਣੇ ਦੇਈ ਜਾਣੇ, ਰੱਬ ਨੂੰ ਵੀ ਮਿਹਣੇ ਦੇਈ ਜਾਣੇ, ਬੰਦਿਆਂ ਨੂੰ ਵੀ ਮਿਹਣੇ ਦੇਈ ਜਾਣੇ। ਤੁਸੀਂ ਸੋਚੋ ਕਿੱਡੀ ਕਿ ਡਿਗਰੀ ਦੇ ਮਾਲਕ ਆ। ਅਰ ਉਹ ਕੀ ਕਹਿੰਦਾ? ਪਰ ਇਹ ਲੋਕ ਕਹਿੰਦਾ ਪਸ਼ੂਆਂ ਦੀ ਨਿਆਈ ਆ। ਇੰਨਾ ਇੱਜ਼ਤਮਾਨ ਹੋ ਰਿਹਾ ਅੱਜ ਆਪਣਾ, ਦੇਖ ਲਓ, ਬਚਨ ਕਰ ਰਿਹਾ ਆ, ਐਵੇਂ ਮੇਰੇ ਨਾਲ ਨਹੀਂ ਗੁੱਸੇ ਹੋਣਾ ਕਿਸੇ ਨੇ। ਪਰ ਕਿਹਨਾਂ ਦਾ ਹੋ ਰਿਹਾ? ਜਿਹੜੇ ਮਿਹਣੇ ਮਾਰਦੇ ਆ ਬੰਦਿਆਂ ਨੂੰ ਤੇ ਰੱਬ ਨੂੰ, ਉਹਨਾਂ ਦਾ ਇੱਜ਼ਤਮਾਨ ਹੋ ਰਿਹਾ ਅੱਜ। ਕਹਿੰਦਾ ਉਹ ਪਸ਼ੂਆਂ ਦੀ ਨਿਆਈ ਆ। ਪਤਾ ਕੌਣ? ਜਿਹੜੇ ਅਹੁਦੇਦਾਰਾਂ ਦੇ ਖਿਲਾਫਤ ਚ ਬੋਲਦੇ ਆ। ਸਾਫ਼ ਲਿਖਿਆ ਆ। ਕਹਿੰਦਾ ਉਹ ਢੀਠ ਅਤੇ ਮਨਮਤੀਏ ਹਨ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ। ਜੇ ਕੋਈ ਸਾਡੇ ਤੋਂ ਉੱਪਰਲੇ ਅਹੁਦੇ ਤੇ ਆ, ਪ੍ਰਤਾਪ ਵਾਲਾ, ਜਿਹਦਾ ਬੋਲ ਬਾਲਾ ਆ, ਜਿਹਦਾ ਮਾਣ ਤਾਣ ਆ, ਜਿਹਦਾ ਸਟੇਟਸ ਆ ਕੋਈ ਦੁਨੀਆ 'ਚ, ਭਾਵੇਂ ਉਹ ਆਤਮਿਕ ਆ ਤੇ ਭਾਵੇਂ ਉਹ ਨਹੀਂ, ਚੇਤਾ ਰੱਖਣਾ ਇਸ ਗੱਲ ਦਾ। ਵਚਨ 'ਚ ਕਿਤੇ ਵੀ ਇਹ ਨਹੀਂ ਲਿਖਿਆ ਜਿਹੜਾ ਆਤਮਿਕ ਨਹੀਂ ਆ ਪਰ ਅਹੁਦੇਦਾਰ ਆ ਤੁਸੀਂ ਉਹਦੀ ਖਿਲਾਫਤ 'ਚ ਬੋਲ ਸਕਦੇ ਆ, ਨਹੀਂ। ਹਕੂਮਤਾਂ ਦੀ ਅਧੀਨਗੀ ਦਾ ਵਚਨ ਆ ਸਾਡੇ ਵਾਸਤੇ। ਕਹਿੰਦਾ ਮਨਮਤੀਏ, ਆਪਣੇ ਮਨ ਦੇ ਆਖੇ ਲੱਗਦੇ, ਢੀਠ ਆ, ਕਹਿੰਦਾ ਜੋ ਮਰਜ਼ੀ ਕਹੀ ਜਾਓ, ਬਦਲਦੇ ਨਹੀਂ। ਜਿਹੜਾ ਕਹਿੰਦਾ ਪ੍ਰਤਾਪ ਵਾਲੇ ਲੋਕਾਂ ਦੀ ਨਿੰਦਿਆ ਕਰਦੇ ਆ, ਇਹ ਉਹਨਾਂ ਦਾ ਇੱਜ਼ਤਮਾਨ ਹੋ ਰਿਹਾ। ਹੁਣ ਇੰਨਾ ਤੁਸੀਂ ਚੇਤੇ ਰੱਖਣਾ ਆ, ਉਦੋਂ ਤੱਕ ਸਹੀ ਸਲਾਮਤ ਜਾਂਦਾ ਜਦੋਂ ਤੱਕ ਪਤਾ ਨਹੀਂ ਆ, ਜਦੋਂ ਪਤਾ ਲੱਗ ਗਿਆ ਉਹਦੇ ਬਾਅਦ ਚ ਸਜ਼ਾ ਦਾ ਹੁਕਮ ਆ। ਅੱਜ ਜਿੰਨੇ ਬੈਠੇ ਸਾਰੇ ਦੇ ਸਾਰੇ ਉਸ ਟਰੈਪ ਦੇ ਵਿੱਚ ਆ ਗਏ ਆ। ਜੇ ਕੋਈ ਸੁੱਤਾ ਤੇ ਕੂਣੀ ਮਾਰ ਕੇ ਠਾਲ ਦੋ, ਬਚ ਨਾ ਜਾਵੇ, ਉਹਨੂੰ ਵੀ ਨਾਲ ਹੀ ਰੱਖੋ। ਕਦੀ ਵੀ ਚਾਹੇ ਬੌਸ ਜਿੰਨਾ ਮਰਜ਼ੀ ਕੱਬਾ ਹੋਵੇ, ਜਿੱਥੇ ਵੀ ਤੁਸੀਂ ਜੌਬ ਕਰਦੇ ਆ, ਤੁਹਾਡੇ ਤੋਂ ਉੱਪਰਲੇ ਅਹੁਦੇ ਦਾ, ਤੁਹਾਡੇ ਉੱਤੇ ਹਕੂਮਤ ਕਰਨ ਵਾਲਾ ਭਾਵੇਂ ਜਿੱਡਾ ਮਰਜ਼ੀ ਅੜੀਅਲ ਸੁਭਾਅ ਦਾ ਹੋਵੇ, ਉਹਦੀ ਖਿਲਾਫਤ 'ਚ ਨਹੀਂ ਬੋਲਣਾ। ਤਾਂ ਤੁਹਾਡੇ ਘਰਾਂ ਦੇ ਵਿੱਚ ਬਰਕਤ ਨਹੀਂ ਰਹਿੰਦੀ। ਮੈਂ ਤੁਹਾਨੂੰ ਇਹ ਕਾਰਨ ਦੱਸ ਦਿੰਨੀ ਆ, ਕਿਉਂਕਿ ਜਿੱਥੋਂ ਦਾ ਧਨ ਤੁਸੀਂ ਖਾਂਦੇ ਆ ਉੱਥੋਂ ਦੀ ਤੁਸੀਂ ਬੁਰਾਈ ਕਰਦੇ ਆ, ਔਰ ਬੁਰਾਈ ਕਰਕੇ ਕੀਤਾ ਹੋਇਆ ਕਮਾਇਆ ਹੋਇਆ ਧਨ ਕਦੀ ਤੁਹਾਡੇ ਘਰਾਂ 'ਚ ਬਰਕਤ ਨਹੀਂ ਲਿਆ ਸਕਦਾ। ਜਿੱਥੋਂ ਤੁਸੀਂ ਪੈਸਾ ਲੈ ਕੇ ਆਉਨੇ, ਤੁਸੀਂ ਉੱਥੋਂ ਲਈ ਸੁੱਖ ਨਹੀਂ ਮੰਗਦੇ, ਤੁਸੀਂ ਉੱਥੋਂ ਦੀ ਸ਼ੁਕਰਗੁਜ਼ਾਰੀ ਨਹੀਂ ਕਰਦੇ, ਤੁਸੀਂ ਉਹਨਾਂ ਦੇ ਲਈ ਚੰਗਾ ਨਹੀਂ ਸੋਚਦੇ। ਸਾਰਾ ਦਿਨ ਇਹ ਤਾਂ ਇੱਦਾਂ ਹੀ ਕਰਦਾ ਰਹਿੰਦਾ, ਇਹ ਤਾਂ ਸੜਿਆ ਬਲਿਆ ਰਹਿੰਦਾ, ਇਹਨੂੰ ਅਕਲ ਹੈ ਨਹੀਂ।
ਸਾਰਾ ਤੁਸੀਂ ਜਿਹੜੀ ਆ ਬਦਖੋਈਆਂ ਕਰਕੇ ਤੁਸੀਂ ਉਹ ਕਮਾਈ ਘਰ ਨੂੰ ਲੈ ਕੇ ਆਏ, ਤੁਸੀਂ ਕੀ ਸੋਚਦੇ ਤੁਹਾਡੇ ਨਿਆਣੇ ਤੁਹਾਡੀ ਇੱਜ਼ਤ ਕਰਨਗੇ? ਫਿਰ ਤੁਸੀਂ ਕਹਿਣਾ ਅਸੀਂ ਤਾਂ ਪਾਸਟਰ ਜੀ ਕਿਸੇ ਦੇ ਨਾਲ ਕੋਈ ਨਹੀਂ ਗੱਲ ਕਰਦੇ ਜੀ, ਸਾਨੂੰ ਪਤਾ ਨਹੀਂ ਕਾਹਤੇ ਸਾਡੇ ਪੈਸੇ ਬਿਮਾਰੀਆਂ ਤੇ ਹੀ ਲੱਗੀ ਜਾਂਦੇ ਆ। ਕਹਿੰਦਾ ਪ੍ਰਤਾਪਵਾਨ ਜਿਹੜੇ ਲੋਕ ਉਹਨਾਂ ਦੀ ਨਿੰਦਿਆ ਕਰਦੇ ਆ ਤੁਸੀਂ। ਇਸ ਲਈ ਜਿੱਥੇ ਵੀ ਤੁਸੀਂ ਆ, ਜਿੱਥੇ ਵੀ ਸਟੂਡੈਂਟਸ ਆ ਤਾਂ ਟੀਚਰ ਦੀ ਖਿਲਾਫਤ ਵਿੱਚ ਨਾ ਬੋਲੋ, ਜੌਬ ਕਰਦੇ ਆ ਤਾਂ ਰੁਤਬੇਦਾਰਾਂ ਦੀ ਖਿਲਾਫਤ ਵਿੱਚ ਨਾ ਬੋਲੋ, ਕਲੀਸਿਆ ਵਿੱਚ ਆਉਨੇ ਆ ਤੇ ਆਪਣੇ ਜਿਹੜੇ ਤੁਹਾਡੇ ਐਲਡਰਸ ਆ, ਸੰਤ ਸੇਵਕ ਆ, ਜਿਹੜੇ ਪਾਸਬਾਨ ਆ, ਉਹਨਾਂ ਦੀ ਖਿਲਾਫਤ ਦੇ ਵਿੱਚ ਨਾ ਬੋਲੋ। ਘਰ ਦੇ ਵਿੱਚ ਆ ਤੇ ਮਾਤਾ ਪਿਤਾ ਦੀ ਖਿਲਾਫਤ ਦੇ ਵਿੱਚ ਨਾ ਬੋਲੋ। ਕਿਸੇ ਵੀ ਜਗ੍ਹਾ ਤੇ ਪ੍ਰਤਾਪਵਾਨ ਲੋਕਾਂ ਦੀ ਖਿਲਾਫਤ 'ਚ ਨਾ ਬੋਲੋ, ਚਾਹੇ ਕੋਈ ਸਰਕਾਰੀ ਅਹੁਦੇ ਤੇ ਉਹਦੀ ਖਿਲਾਫਤ 'ਚ ਨਾ ਬੋਲੋ, ਮੁੱਖ ਮੰਤਰੀ ਦੇ ਖਿਲਾਫਤ 'ਚ ਨਾ ਬੋਲੋ, ਪ੍ਰਧਾਨ ਮੰਤਰੀ ਦੇ ਖਿਲਾਫਤ ਦੇ ਵਿੱਚ ਨਾ ਬੋਲੋ। ਇਹ ਮੈਂ ਨਹੀਂ ਤੁਹਾਨੂੰ ਵਚਨ ਦੱਸਦਾ ਆ। ਤੁਸੀਂ ਆਪਣੇ ਰਾਈਟਸ ਦੇ ਲਈ ਖੜੇ ਆ, ਖੜੋ, ਪਰ ਖਿਲਾਫਤ ਵਿੱਚ ਨਾ ਜਾਓ। ਹਾਲੇਲੂਇਆ। ਸੋ ਉਹਨਾਂ ਨੂੰ ਕਹਿੰਦਾ ਇਹ ਪਸ਼ੂਆਂ ਦੀ ਨਿਆਈਆਂ ਜਿਹੜੇ ਅਸਲੋਂ ਬੁੱਧੀਹੀਣ ਆ, ਉਹਨਾਂ ਲੋਕਾਂ ਨੂੰ ਜਦੋਂ ਪਰਮੇਸ਼ਵਰ ਬੁੱਧੀਹੀਣ ਡਿਕਲੇਅਰ ਕਰ ਦੇਵੇ ਤਾਂ ਕਦੀ ਵੀ ਅਕਲ ਜਿਹੜੀ ਆ ਉਹਨਾਂ ਦੇ ਵਿੱਚ ਟਿਕ ਨਹੀਂ ਸਕਦੀ, ਕਿਉਂਕਿ ਜੋ ਪਰਮੇਸ਼ਵਰ ਨੇ ਕਹਿ ਦਿੱਤਾ ਤੇ ਫਿਰ ਹੋ ਜਾਣਾ ਆ ਉਹ ਸਾਰਾ ਕੁਝ। ਔਰ ਕੀ ਕਹਿੰਦਾ ਉਹ ਕੁਫਰ ਬਕਦੇ ਆ, ਕਹਿੰਦਾ ਉਹਨਾਂ ਨੇ ਆਪ ਵੀ ਨਾਸ ਹੋ ਜਾਣਾ ਆ। ਆਪਣੀ ਨਾਸ ਕਰਨ ਵਾਲੀਆਂ ਗੱਲਾਂ ਦੇ ਨਾਲ ਉਹਨਾਂ ਨੇ ਆਪ ਵੀ ਕੁਧਰਮ ਦਾ ਫਲ ਜਿਹੜਾ ਆ ਉਹ ਭੋਗਣਗੇ। ਕਹਿੰਦਾ ਫਿਰ ਅੱਗੇ ਜਾ ਕੇ ਆਪਾਂ ਦੇਖਦੇ ਆ 20 ਨੰਬਰ ਪੰਕਤੀ ਦੇ ਵਿੱਚ ਲਿਖਿਆ, ਕਹਿੰਦਾ ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ। ਸਭ ਤੋਂ ਡੇਂਜਰਸ ਚੀਜ਼ ਇਹ ਆ, ਕਹਿੰਦਾ ਜੇ ਸਾਰਾ ਕੁਝ ਸੁਣ ਲਿਆ ਵੀ ਆਹ ਚੀਜ਼ ਮਾੜੀ ਆ, ਆਹ ਚੰਗੀ ਆ, ਉਹ ਜਾਣਨ ਦੇ ਬਾਅਦ ਦੇ ਵਿੱਚ ਵੀ, ਪ੍ਰਭੂ ਯਿਸੂ ਮਸੀਹ ਨੂੰ ਜਾਣਨ ਦੇ ਬਾਅਦ ਚ ਵੀ, ਉਹਦੀਆਂ ਗੱਲਾਂ ਸੁਣਨ ਦੇ ਬਾਅਦ ਚ ਵੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਆਜ਼ਾਦ ਕੀਤਾ, ਇਹ ਸਭ ਕੁਝ ਜਾਣਨ ਦੇ ਬਾਅਦ ਵੀ ਕਹਿੰਦਾ ਫਿਰ ਉਹ ਗੰਦ ਪੁਣੇ ਦੇ ਵਿੱਚ ਜਾ ਕੇ ਵੜਦੇ, ਫਿਰ ਉਸੇ ਜਿਹੜੀ ਮਲੀਨਤਾਈ ਅਪਲੀਤਗੀ ਆ ਉਹਦੇ ਵਿੱਚ ਜਾ ਕੇ ਵੜਦੇ ਆ। ਤਾਂ ਕੀ ਕਹਿੰਦਾ ਫਿਰ ਉਹਨਾਂ ਦਾ ਹਾਲ ਪਹਿਲਾਂ ਨਾਲੋਂ ਵੀ ਮਾੜਾ ਹੋ ਜਾਣਾ ਆ। ਜੇ ਪਹਿਲਾਂ ਇੰਨੇ ਕੁ ਦੁੱਖ ਸੀ ਫਿਰ ਇੰਨੇ ਸਾਰੇ ਹੋ ਜਾਣੇ ਆ। ਕੋਈ ਧਮਕੀ ਨਹੀਂ ਆ, ਵਚਨ ਨੇ ਇਦਾਂ ਦੱਸਿਆ ਆ। ਫਿਰ ਅੱਗੇ ਜਾ ਕੇ ਕੀ ਕਹਿੰਦਾ ਆ, ਕਿਉਂ ਜੋ ਧਰਮ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ। ਕਹਿੰਦਾ ਇਹਦੇ ਨਾਲੋਂ ਚੰਗਾ ਸੀਗਾ ਬਈ ਤੁਸੀਂ ਧਰਮ ਦੇ ਮਾਰਗ ਨੂੰ ਨਾ ਜਾਣਦੇ। ਕਿਹਦੇ ਨਾਲੋਂ ਚੰਗਾ ਸੀ? ਵੀ ਧਰਮ ਦੇ ਮਾਰਗ ਨੂੰ ਜਾਣ ਕੇ ਫੇਰ ਪਿੱਛੇ ਜਿਹੜੇ ਕੁਧਰਮ ਵਿੱਚ ਮੁੜ ਜਾਣਾ। ਉਦੋਂ ਤੱਕ ਤਾਂ ਐਕਸਕਿਊਜ਼ ਆ, ਜਦੋਂ ਤੱਕ ਨਿਆਣੇ ਨੂੰ ਪਤਾ ਨਹੀਂ ਵੀ ਇਹ ਕਰੰਟ ਆ ਤੇ ਉਹਨੇ ਹੱਥ ਲਾ ਲਿਆ ਤੇ ਆਪਾਂ ਉਹਨੂੰ ਫੜਿਆ, ਆਪਾਂ ਉਹਨੂੰ ਬਚਾ ਲਿਆ, ਨਿੱਘਿਆ ਕੀਤਾ। ਪਰ ਜੇ ਪਤਾ ਆ ਵੀ ਇਹਨੂੰ ਕਰੰਟ ਆ, ਉਹਨੇ ਫੇਰ ਹੱਥ ਲਾਇਆ, ਫੇਰ ਕੀ ਹੁੰਦਾ? ਫੇਰ ਪਿਓ ਜੁੱਤੀ ਚੱਕਦਾ, ਤਹਿ ਲਾਉਂਦਾ ਚੰਗੀ ਤਰ੍ਹਾਂ। ਕਹਿੰਦਾ ਤੈਨੂੰ ਨਹੀਂ ਦੀਦਾ? ਤੈਨੂੰ ਕਿੰਨੀ ਵਾਰੀ ਦੱਸਿਆ ਵੀ ਇਹ ਕਰੰਟ ਆ, ਏਦਾਂ ਨਹੀਂ ਕਰਨਾ। ਪਹਿਲਾਂ ਨਿਆਣੇ ਨੂੰ ਕਹਿੰਦੇ ਪਲੱਗ ਚੁੰਗਲੀ ਨਹੀਂ ਪਾਉਣੀ, ਇੱਥੇ ਹਾਈ ਆ। ਦੱਸਦੇ ਕਿ ਨਹੀਂ ਦੱਸਦੇ? ਫਿਰ ਨਿਆਣਾ ਮੁੜ ਮੁੜ ਕੇ ਜਾਂਦਾ, ਫਿਰ ਚਾਰ ਕੰਨਾਂ ਤੇ ਧਰਦੇ, ਫਿਰ ਨਹੀਂ ਜਾਂਦਾ। ਏਦਾਂ ਹੀ ਆ। ਕਹਿੰਦਾ ਚੰਗਾ ਸੀ ਉਦੋਂ ਤੱਕ ਜਦੋਂ ਤੱਕ ਤੁਹਾਨੂੰ ਨਹੀਂ ਪਤਾ ਸੀ, ਪਰ ਜਦੋਂ ਹੁਣ ਤੁਹਾਨੂੰ ਪਤਾ ਲੱਗ ਗਿਆ ਆ, ਫੇਰ ਤੁਸੀਂ ਵਾਪਸ ਮੁੜਨਾ, ਫੇਰ ਤੁਸੀਂ ਗਲਤੀਆਂ ਕਰਨੀਆਂ, ਫੇਰ ਤੁਹਾਡੇ ਲਈ ਜਿਹੜਾ ਆ ਐਕਸਕਿਊਜ਼ ਨਹੀਂ ਆ, ਫੇਰ ਬਚਾ ਨਹੀਂ ਹੈਗਾ। ਫਿਰ ਉਹ ਕੀ ਕਹਿੰਦਾ? ਕਹਿੰਦਾ ਇਹ ਸੱਚੀ ਕਹਾਵਤ ਉਹਨਾਂ ਉੱਤੇ ਠੀਕ ਬਹਿੰਦੀ ਆ ਭਈ ਕੁੱਤਾ ਆਪਣੀ ਉੱਪਰ ਛੱਲ ਵੱਲ ਮੁੜਿਆ ਅਤੇ ਨਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ। ਜਿਹੜੇ ਲੋਕ ਸਹੀ ਸਿੱਖਿਆ ਲੈ ਕੇ ਸਾਰਾ ਪਰਮੇਸ਼ਵਰ ਦਾ ਜਿਹੜਾ ਸੁਭਾਅ ਉਹਨੂੰ ਜਾਣ ਕੇ ਚੰਗੀਆਂ ਚੀਜ਼ਾਂ ਨੂੰ ਸਿੱਖ ਕੇ ਫੇਰ ਜਾ ਕੇ ਪੁੱਠੇ ਕੰਮਾਂ ਵਿੱਚ ਪੈਂਦੇ ਆ, ਫੇਰ ਜਾ ਕੇ ਉਹੀ ਲੁੱਚਪੁਣਾ ਕਰਦੇ, ਉਸੇ ਗੰਦਮੰਦ 'ਚ ਜਾਂਦੇ ਆ, ਉਸੇ ਵਿਚਾਰ 'ਚ ਜਾਂਦੇ। ਪਤਾ ਉਹਨਾਂ ਨੂੰ ਕੀ ਕਹਿੰਦਾ? ਉਸ ਕੁੱਤੇ ਦੀ ਨਿਆਈ ਆ ਜਿਹੜਾ ਉਗਲਾਛਦਾ ਤੇ ਚੱਟ ਲੈਂਦਾ ਆ, ਉਸ ਸੂਰਨੀ ਦੇ ਨਿਆਈ ਆ ਜਿਹਨੂੰ ਨਵਾਇਆ ਜਾਂਦਾ ਫੇਰ ਜਾ ਕੇ ਚਿੱਕੜ 'ਚ ਫਸ ਜਾਂਦੀ ਆ। ਨਾ ਆਪਾਂ ਉਹਨਾਂ ਕੁੱਤਿਆਂ 'ਚ ਆ
ਤੇ ਨਾ ਆਪਾਂ ਉਹਨਾਂ ਸੂਰਨੀਆਂ ਦੇ ਵਿੱਚ ਆ, ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਧੋਤੇ ਗਏ, ਸਾਫ਼ ਕੀਤੇ ਗਏ ਆ। ਆਪਣੇ ਆਪ ਨੂੰ ਇਦਾਂ ਹੀ ਸੁਥਰੇ ਰੱਖਣ ਦੀ ਕੋਸ਼ਿਸ਼ ਕਰਨਾ ਆ, ਸਾਫ਼ ਰੱਖਣ ਦੀ ਕੋਸ਼ਿਸ਼ ਕਰਨਾ ਆ, ਕਿਉਂਕਿ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਸਾਨੂੰ ਬਚਾਉਂਦਾ ਆ। ਕਿੱਦਾਂ? ਦਾਊਦ ਕਹਿੰਦਾ 119 ਦੀ 11 ਦੇ ਵਿੱਚ ਕਹਿੰਦਾ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮ੍ਹਾਂ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ। ਅਸੀਂ ਬਚ ਸਕਦੇ ਆ ਉਹਦੇ ਵਚਨ ਦੇ ਰਾਹੀਂ, ਜੇ ਅਸੀਂ ਉਹਦੇ ਮਨ ਨੂੰ ਉਹਦੇ ਵਚਨ ਨੂੰ ਆਪਣੇ ਮਨ ਦੇ ਵਿੱਚ ਜਮ੍ਹਾਂ ਕਰ ਲਵਾਂਗੇ। ਉਹਦਾ ਵਚਨ ਸਾਨੂੰ ਪਾਪ ਕਰਨ ਤੋਂ ਬਚਾਊਗਾ, ਉਹਦਾ ਵਚਨ ਸਾਨੂੰ ਪਾਪ ਕਰਨ ਤੋਂ ਰੋਕੂਗਾ। ਹਾਲੇਲੂਇਆ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ, ਤੁਹਾਨੂੰ ਪਰਮੇਸ਼ਵਰ ਨੇ ਚੁਣ ਲਿਆ ਆ, ਤੁਹਾਨੂੰ ਪਰਮੇਸ਼ਵਰ ਨੇ ਬਚਾਇਆ ਆ। ਹੁਣ ਅਸੀਂ ਇਸ ਬਚਾਓ ਨੂੰ ਦੂਜਿਆਂ ਉੱਤੇ ਪ੍ਰਗਟ ਕਰਨਾ। ਆਪਾਂ ਮੁੜ ਕੇ ਉਹਨਾਂ ਕੰਮਾਂ ਵਿੱਚ ਨਹੀਂ ਜਾਣਾ ਜਿਨ੍ਹਾਂ ਕੰਮਾਂ ਤੋਂ ਪਰਮੇਸ਼ਵਰ ਨੇ ਆਜ਼ਾਦ ਕੀਤਾ ਆ। ਅਸੀਂ ਮੂਰਤੀ ਪੂਜਾ ਤੋਂ ਛੁੱਟ ਕੇ ਆਏ ਆ, ਵਾਪਸ ਨਹੀਂ ਕਰਨੀ। ਅਸੀਂ ਜਾਦੂ ਟੋਣਿਆਂ ਤੋਂ ਛੁੱਟ ਕੇ ਆਏ ਆ, ਮੁੜ ਕੇ ਨਹੀਂ ਕਰਨੇ ਉਹ ਜਾਦੂ ਟੋਣੇ। ਅਸੀਂ ਵਿਚਾਰ ਚੋਂ ਕੱਢੇ ਗਏ ਆ, ਮੁੜ ਕੇ ਹੁਣ ਗਲਤ ਅਫੇਅਰਸ ਦੇ ਵਿੱਚ ਨਹੀਂ ਫਸਣਾ, ਜਾ ਕੇ ਚੋਰੀਆਂ ਨਹੀਂ ਕਰਨੀਆਂ, ਝੂਠ ਨਹੀਂ ਬੋਲਣੇ, ਠੱਗੀਆਂ ਨਹੀਂ ਕਰਨੀਆਂ, ਅਨਾਥ ਅਤੇ ਵਿਧਵਾ ਦੇ ਨਿਆਂ ਨੂੰ ਨਹੀਂ ਵਿਗਾੜਨਾ, ਪਰ ਅਸੀਂ ਵਚਨ ਦੇ ਉੱਤੇ ਚੱਲਣਾ ਅਤੇ ਆਪਣੀ ਮੁਕਤੀ ਦੇ ਮੁਕਤ ਨੂੰ ਲੈਣਾ। ਸੋ ਪਰਮੇਸ਼ਵਰ ਦਾ ਪ੍ਰੇਮ ਅਤੇ ਉਹਦੀ ਕਿਰਪਾ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਹੁਣ ਤੋਂ ਹਮੇਸ਼ਾ ਤੀਕਰ ਬਣੇ ਰਹਿਣ। ਆਮੀਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।